ਚੌਹਾਨ ਸਾਹਿਬ ਪਹਿਲਾਂ ਕੇਂਦਰ ਸਰਕਾਰ ਦੇ ਨਾਲ ਮੱਥਾ ਲਾਈ ਬੈਠੇ ਹੋ, ਹੁਣ ਕੈਪਟਨ ਸਰਕਾਰ ਦੇ ਨਾਕੇ ਦਮ ਕਰੀ ਜਾਂਦੇ ਹੋ। ਇਹ ਰਾਜਨੀਤੀ ਕਰੀ ਜਾਣ ਤੇ ਅਸੀਂ ਸੜਕਾਂ ਤੇ ਬੈਠੇ ਰਹੀਏ। ਜਦੋਂ ਦੀ ਇਹ ਸਰਕਾਰ ਆਈ ਆ, ਸੈਂਟਰ ਸਰਕਾਰ ਨੇ ਤਾਂ ਰੇਟ ਵਧਾਇਆ, ਪਰ ਪੰਜਾਬ ਸਰਕਾਰ ਨੇ ਧੇਲਾ ਨਹੀਂ ਪਾਇਆ। ਸਾਨੂੰ ਬਾਰ-ਬਾਰ ਭਰੋਸਾ ਦਿੱਤਾ ਗਿਆ ਕਿ ਜਿਹੜਾ ਅਸੀਂ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ, ਪਰ ਅੱਜ ਤੱਕ ਹੱਲ ਨਹੀਂ ਹੋਇਆ। 11 ਮਹੀਨੇ ਹੋ ਗਏ ਸਾਨੂੰ ਇਹ ਨਾਲ ਦੇਖਦਿਆਂ ਨੂੰ। ਹਾਈ ਕੋਰਟ 'ਚੋਂ ਕਾਨੂੰਨ ਬਣਿਆ ਹੋਇਆ ਆ ਕਿ ਜੇਕਰ ਮਿੱਲਾਂ ਵਾਲੇ ਇਹ ਬਕਾਇਆ ਸਾਡਾ ਗੰਨੇ ਦਾ ਨਹੀਂ ਦਿੰਦੇ ਤਾਂ ਵਿਦ ਵਿਆਜ 14 ਦਿਨਾਂ ਦੇ ਬਾਅਦ ਇਹਨਾਂ ਨੂੰ ਵਿਦ ਵਿਆਜ ਦੇਣਾ ਪਊਗਾ, ਤੇ ਪਰ ਉਹ ਕਾਨੂੰਨ ਹੀ ਨਹੀਂ ਲਾਗੂ ਹੁੰਦੇ। ਉਹ ਤਾਂ ਸਰਕਾਰ ਹੈਗੀ ਕਾਰਪੋਰੇਟ ਘਰਾਣਿਆਂ ਦੀ, ਮੋਦੀ ਦੀ, ਤੇ ਪੰਜਾਬ ਸਰਕਾਰ ਕਿਹਦੀ ਹੋਈ? ਇਹਨਾਂ ਦੇ ਮੰਤਰੀਆਂ ਦੀਆਂ ਮਿੱਲਾਂ ਆ। ਰੋਕ ਕੇ ਦੇਖ ਲੈਂਦੇ। ਮੈਂ ਕਹਿੰਦਾ ਜਿਹੜੇ ਬੈਰੀਕੇਡਸ ਅਸੀਂ ਉੱਥੇ ਤੋੜੇ ਸੀ, ਕਿ ਸਾਡੇ ਤੋਂ ਪੰਜਾਬ ਵਾਲੇ ਬੈਰੀਕੇਡ ਨਾ ਟੁੱਟਦੇ, ਖਲਾਰਾ ਨਾ ਇਹਨਾਂ ਦਾ ਪਾ ਦਿੰਦੇ ਅਸੀਂ। ਪਰ ਆ ਇਹਨਾਂ ਦੀ ਨਾਕਾਮੀ ਕਾਰਨ ਹੁਣ ਇਹਨਾਂ ਨੂੰ ਸਾਡੀ ਕਿਸਾਨਾਂ ਦੀ ਮਾਰ ਝੇਲਣੀ ਪਊਗੀ। ਬੀਜੇਪੀ ਵਾਲਿਆਂ ਦਾ ਕਹਿ ਰਿਹਾ ਸੀ ਕਿ ਪਿੰਡਾਂ ਦੇ ਵਿੱਚ ਤੁਸੀਂ ਵਿਰੋਧ ਕਰੋ। ਮੈਨੂੰ ਲੱਗਦਾ ਹੁਣ ਖਲਾਰਾ ਸਾਰਿਆਂ ਦੇ ਪਾਉਣਾ ਪੈਣਾ, ਕੋਈ ਏਡੀ ਗੱਲ ਵੀ ਹੈ ਨਹੀਂ। ਤੇ ਕਿੱਲੇ ਦੇ ਵਿੱਚੋਂ ਨਿਕਲਦਾ 300 ਕੁਆਂਟਲ ਆ, ਤੇ ਜਦੋਂ 300 ਕੁਆਂਟਲ ਨਿਕਲਦਾ ਤਾਂ 92-93 ਹਜ਼ਾਰ ਦਾ ਆਉਂਦਾ, ਤੇ ਕਿਸਾਨ ਫਾਹੇ ਨਾ ਲੈਣਗੇ ਤਾਂ ਹੋਰ ਕੀ ਕਰਨਗੇ? ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਹਾਂ, ਜਿੱਥੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ, ਔਰ ਇਹ ਧਰਨਾ ਕੇਂਦਰ ਸਰਕਾਰ ਦੇ ਖਿਲਾਫ ਨਹੀਂ, ਇਹ ਪੰਜਾਬ ਸਰਕਾਰ ਦੇ ਖਿਲਾਫ ਹੈ। ਕਿਸਾਨਾਂ ਤੋਂ ਜਾਣਾਂਗੇ ਕਿ ਪਹਿਲਾਂ ਕੇਂਦਰ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਸੀ, ਤੇ ਅੱਜ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਨ ਦੀ ਕੀ ਜ਼ਰੂਰਤ ਆਣ ਪਈ ਹੈ। ਕਿ ਕਿਸਾਨ ਇੰਨੇ ਪਰੇਸ਼ਾਨ ਸੀ, ਕਿ ਇੰਨੀਆਂ ਮੁਸ਼ਕਲਾਂ ਦੇ ਵਿੱਚ ਸੀ ਕਿ ਅੱਜ ਉਹਨਾਂ ਨੂੰ ਇਸ ਸੜਕ ਦੇ ਉੱਤੇ, ਨੈਸ਼ਨਲ ਹਾਈਵੇ ਦੇ ਉੱਤੇ ਧਰਨਾ ਲਗਾਉਣਾ ਪੈ ਰਿਹਾ ਸਰਕਾਰ ਦੇ ਖਿਲਾਫ। ਜੰਗਵੀਰ ਸਿੰਘ ਚੌਹਾਨ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਚੌਹਾਨ ਸਾਹਿਬ ਪਹਿਲਾਂ ਕੇਂਦਰ ਸਰਕਾਰ ਦੇ ਨਾਲ ਮੱਥਾ ਲਾਈ ਬੈਠੇ ਹੋ, ਹੁਣ ਕੈਪਟਨ ਸਰਕਾਰ ਦੇ ਨਾਕੇ ਦਮ ਕਰੀ ਜਾਂਦੇ ਹੋ, ਕੀ ਚੱਕਰ ਪੈ ਗਿਆ? ਮੈਨੂੰ ਤਾਂ ਲੱਗਦਾ ਬਈ ਕਿਸਾਨ ਨੂੰ ਰੱਖਿਆ ਹੀ ਸੰਘਰਸ਼ ਲੜਨ ਵਾਸਤੇ ਆ। ਇਹ ਰਾਜਨੀਤੀ ਕਰੀ ਜਾਣ ਤੇ ਅਸੀਂ ਸੜਕਾਂ ਤੇ ਬੈਠੇ ਰਹੀਏ। ਹੁਣ ਤੁਹਾਨੂੰ ਪਤਾ, ਤੁਹਾਡੇ ਸਾਹਮਣੇ ਕੇਂਦਰ ਸਰਕਾਰ ਨਾਲ ਮੱਥਾ ਲਾਏ ਹੋਏ ਨੂੰ ਤਕਰੀਬਨ 26 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ ਆ, ਤੇ ਸਾਨੂੰ ਕੈਪਟਨ ਸਾਹਿਬ ਤੋਂ ਇਹ ਆਸ ਨਹੀਂ ਸੀ ਕਿ ਸਾਨੂੰ ਇਹ ਵੀ ਸੜਕਾਂ ਤੇ ਬਿਠਾ ਦੇਣਗੇ, ਕਿਉਂਕਿ ਅੱਜ ਤੋਂ 11 ਮਹੀਨੇ ਪਹਿਲਾਂ ਪਿਛਲੇ ਸਾਲ ਦੇ ਵਿੱਚ ਸਤੰਬਰ ਦੀ ਗੱਲ ਕਰਦੇ ਆਪਾਂ, ਉਸ ਵੇਲੇ ਇਹਨਾਂ ਨੂੰ ਇੱਕ ਅਸੀਂ 32 ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਸੀ ਕਿ ਕੈਪਟਨ ਸਾਹਿਬ ਸਾਡੇ ਗੰਨੇ ਦਾ ਰੇਟ ਪਿਛਲੇ 4 ਸਾਲਾਂ ਤੋਂ ਨਹੀਂ ਵਧਿਆ, ਸਾਡੇ ਗੰਨੇ ਦਾ ਰੇਟ ਜਿਹੜਾ ਵਧਾ ਦਿੱਤਾ ਜਾਵੇ, ਇਹਨੂੰ 400 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਜਾਵੇ। ਉਹ ਇਸ ਕਰਕੇ ਆ ਕਿ ਜਦੋਂ ਪਹਿਲਾ ਰੇਟ ਵੱਧਦਾ ਸੀਗਾ, ਉਦੋਂ ਜਦੋਂ ਸੈਂਟਰ ਸਰਕਾਰ ਵਧਾਉਂਦੀ ਸੀ 5 ਰੁਪਏ, ਤੇ ਜਿਹੜੀ ਸੂਬਾ ਸਰਕਾਰ ਹੈ 10 ਰੁਪਏ ਰੇਟ ਵਧਾ ਕੇ 15 ਰੁਪਏ ਮੈਂਸ਼ਨ ਹੋ ਜਾਂਦੇ ਸੀਗੇ, ਔਰ ਉਹਦੇ ਨਾਲ ਸਾਡਾ ਜਿਹੜਾ ਰੇਟ ਆ ਹਰਿਆਣੇ ਤੋਂ ਅੱਪ ਸੀਗਾ। ਜਦੋਂ ਦੀ ਇਹ ਸਰਕਾਰ ਆਈ ਆ, ਸੈਂਟਰ ਸਰਕਾਰ ਨੇ ਤਾਂ ਰੇਟ ਵਧਾਇਆ, ਪਰ ਪੰਜਾਬ ਸਰਕਾਰ ਨੇ ਧੇਲਾ ਨਹੀਂ ਪਾਇਆ, ਤੇ ਅੱਜ ਰੇਟ ਜਿਹੜਾ ਹਰਿਆਣੇ ਦਾ ਆ ਉਹ 358 ਰੁਪਏ ਹੋ ਗਿਆ, ਤੇ ਸਾਡਾ ਰੇਟ ਜਿਹੜਾ 310 ਰੁਪਏ ਰਹਿ ਗਿਆ। ਅੱਜ ਜਿਹੜਾ ਸਾਡਾ ਰੇਟ ਤਕਰੀਬਨ 400 ਰੁਪਏ ਦੇ ਕਰੀਬ ਚਾਹੀਦਾ ਸੀ, ਜੋ ਅਸੀਂ ਮੰਗ ਰਹੇ ਹਾਂ, ਪਰ ਕੈਪਟਨ ਸਾਹਿਬ ਨੇ ਅੱਖਾਂ ਮੀਟ ਲਈਆਂ। ਸਾਨੂੰ ਬਾਰ-ਬਾਰ ਭਰੋਸਾ ਦਿੱਤਾ ਗਿਆ ਕਿ ਜਿਹੜਾ ਅਸੀਂ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ, ਪਰ ਅੱਜ ਤੱਕ ਹੱਲ ਨਹੀਂ ਹੋਇਆ। 11 ਮਹੀਨੇ ਹੋ ਗਏ ਸਾਨੂੰ ਇਹ ਨਾਲ ਦੇਖਦਿਆਂ ਨੂੰ। ਔਰ ਦੂਜੀ ਗੱਲ, ਨਾਲ ਜਿਹੜਾ ਮਿੱਲਾਂ ਦਾ ਸਾਡਾ ਬਕਾਇਆ ਸੀਗਾ, ਉਹ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਦਵਾਇਆ ਜਾਵੇ। ਹਾਈ ਕੋਰਟ 'ਚੋਂ ਕਾਨੂੰਨ ਬਣਿਆ ਹੋਇਆ ਆ ਕਿ ਜੇਕਰ ਮਿੱਲਾਂ ਵਾਲੇ ਇਹ ਬਕਾਇਆ ਸਾਡਾ ਗੰਨੇ ਦਾ ਨਹੀਂ ਦਿੰਦੇ ਤਾਂ ਵਿਦ ਵਿਆਜ 14 ਦਿਨਾਂ ਦੇ ਬਾਅਦ ਇਹਨਾਂ ਨੂੰ ਵਿਦ ਵਿਆਜ ਦੇਣਾ ਪਊਗਾ, ਤੇ ਪਰ ਉਹ ਕਾਨੂੰਨ ਹੀ ਨਹੀਂ ਲਾਗੂ ਹੁੰਦੇ। ਉਹ ਦਵਾਣਾ ਕਿੰਨੇ ਆ? ਉਹ ਸਰਕਾਰ ਦੀ ਕਮੀ ਸਮਝਦੇ ਹੋ? ਗੱਲ ਮੈਂ ਕਰਦਾ ਸਰਕਾਰਾਂ ਦੀ। ਇੱਕ ਅਸੀਂ ਤਾਂ ਕਹਿ ਰਹੇ ਕਿ ਕਾਰਪੋਰੇਟ ਘਰਾਣਿਆਂ ਦੀਆਂ ਸਰਕਾਰਾਂ ਆ। ਉਹ ਤਾਂ ਸਰਕਾਰ ਹੈਗੀ ਕਾਰਪੋਰੇਟ ਘਰਾਣਿਆਂ ਦੀ, ਮੋਦੀ ਦੀ, ਤੇ ਪੰਜਾਬ ਸਰਕਾਰ ਕਿਹਦੀ ਹੋਈ? ਇਹਨਾਂ ਦੇ ਮੰਤਰੀਆਂ ਦੀਆਂ ਮਿੱਲਾਂ ਆ, ਔਰ ਤਾਂ ਉਹ ਵੀ ਕਾਰਪੋਰੇਟ ਹੀ ਹੋਏ ਨਾ, ਤੇ ਸਰਕਾਰ ਵੀ ਉਹਨਾਂ ਦੀ ਹੋਈ, ਤੇ ਸਾਡਾ ਆਵਾਜ਼ ਕੌਣ ਉਠਾਊਗਾ? ਕਾਨੂੰਨ ਬਣੇ ਕਿੱਥੇ ਜਾਊਗੇ? ਉਹੀ ਪੇਮੈਂਟਾਂ ਦੱਬ ਕੇ ਬੈਠੇ ਹੋਏ ਆ ਉਹੀ ਲੋਕ। ਹਾਲੇ ਤੱਕ 200 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ ਮਿੱਲਾਂ ਵਾਲਿਆਂ ਨੇ ਦਿੱਤਾ, 145 ਕਰੋੜ ਜਿਹੜਾ ਪ੍ਰਾਈਵੇਟ ਮਿੱਲਾਂ ਦਾ, ਤੇ 55 ਕਰੋੜ ਜਿਹੜਾ ਆ ਸਹਿਕਾਰੀ ਮਿੱਲਾਂ ਦਾ ਹਾਲੇ ਤੱਕ ਇਹਨਾਂ ਨੇ ਦਿੱਤਾ ਨਹੀਂ। ਤੇ ਨਵਾਂ ਸੀਜ਼ਨ ਆਉਣ ਨੂੰ ਖੜਾ ਹੋ ਗਿਆ ਗੰਨੇ ਦਾ, ਤੇ ਹਾਲੇ ਤੱਕ ਕਈ ਮਿੱਲਾਂ ਦਾ 2-2 ਸਾਲਾਂ ਦਾ ਪਿਛਲਾ ਬਕਾਇਆ ਵੀ ਹਾਲੇ ਰਹਿ ਰਿਹਾ ਆ। ਇਸ ਕਰਕੇ ਕੈਪਟਨ ਸਾਹਿਬ ਨੂੰ ਅਸੀਂ ਬਾਰ-ਬਾਰ ਅਪੀਲ ਕੀਤੀ ਸੀ ਕਿ ਸਾਡਾ ਉਧਰ ਧਰਨਾ ਚੱਲ ਰਿਹਾ, ਸਾਨੂੰ ਪੰਜਾਬ ਦੀਆਂ ਸੜਕਾਂ ਤੇ ਨਾ ਬਿਠਾਇਓ, ਪਰ ਮੈਨੂੰ ਲੱਗਦਾ ਪਿਛਲੇ ਦਿਨੀ ਕੈਪਟਨ ਸਾਹਿਬ ਬੈਠ ਕੇ ਤਾਂ ਇੱਕ ਦੂਜੇ ਨਾਲ ਸਿਰ ਜੋੜ ਕੇ ਆਏ ਆ, ਤੇ ਮੈਨੂੰ ਲੱਗਦਾ ਮੋਦੀ ਸਾਹਿਬ ਨੇ ਫੂਕ ਮਾਰ ਦਿੱਤੀ ਇਹਨਾਂ ਦੇ ਕੰਨ ਦੇ ਵਿੱਚ ਵੀ ਇੱਦਾਂ ਤਾਂ ਇਹਨਾਂ ਨੇ ਸੰਘਰਸ਼ ਮੁਕਾਉਣਾ ਨੇ, ਇਹਨਾਂ ਨੂੰ ਵੰਡੋ, ਪੰਜਾਬ ਦੀਆਂ ਸੜਕਾਂ ਤੇ ਬਿਠਾਓ।
ਨਹੀਂ ਨਹੀਂ, ਇਹ ਤੁਸੀਂ ਗਲਤ ਕਹਿ ਰਹੇ ਹੋ। ਕੈਪਟਨ ਸਾਹਿਬ ਤਾਂ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਖੜਾ। ਬੀਤੇ ਦਿਨ 15 ਰੁਪਏ ਰੇਟ ਵੀ ਵਧਾਤਾ ਉਹਨਾਂ ਨੇ। ਕੈਪਟਨ ਸਾਹਿਬ ਤਾਂ ਕਿਸਾਨਾਂ ਨਾਲ ਹੀ ਖੜੇ ਆ। ਉਹ ਤਾਂ ਇਹ ਵੀ ਕਹਿ ਰਹੇ ਸੀ ਵੀ ਜਿੱਦਾਂ ਸੰਘਰਸ਼ ਚੱਲਿਆ ਆ ਤੇ ਅਸੀਂ ਰੋਕਿਆ ਨਹੀਂ ਕਿਸਾਨਾਂ ਨੂੰ। ਰੋਕ ਕੇ ਦੇਖ ਲੈਂਦੇ। ਮੈਂ ਕਹਿੰਦਾ ਜਿਹੜੇ ਬੈਰੀਕੇਡਸ ਅਸੀਂ ਉੱਥੇ ਤੋੜੇ ਸੀ ਕਿ ਸਾਡੇ ਤੋਂ ਪੰਜਾਬ ਵਾਲੇ ਬੈਰੀਕੇਡ ਨਾ ਟੁੱਟਦੇ, ਖਲਾਰਾ ਨਾਲ ਇਹਨਾਂ ਦਾ ਪਾ ਦਿੰਦੇ ਅਸੀਂ। 15 ਰੁਪਏ ਇਹਨਾਂ ਨੇ ਕਿਹੜੇ ਹਿਸਾਬ ਨਾਲ ਵਧਾਏ ਆ? 50 ਸਾਲਾਂ ਬਾਅਦ 15 ਰੁਪਏ ਵਧਾਏ ਆ। ਸਾਡੇ 15 ਰੁਪਏ ਇੱਕ ਸਾਲ ਦੇ ਬਣਦੇ ਸੀ। 15 5 75 ਰੁਪਏ ਤਾਂ ਸਾਡੇ ਸਿੱਧੇ ਬਣਦੇ ਸੀਗੇ ਤੇ ਜਿਹੜਾ 4-5 ਸਾਲਾਂ ਦਾ ਸਾਨੂੰ ਘਾਟਾ ਪੈ ਰਿਹਾ। ਇਹ ਕੱਲ ਇਹਨਾਂ ਨੇ ਜੁਮਲਾ ਦਿੱਤਾ ਇੱਕ ਵੀ ਆ ਕਿਤੇ ਮੋਰਚਾ ਇਹਨਾਂ ਦਾ ਲੱਗਣਾ ਹੀ ਨਹੀਂ ਖਰੇ, ਇਹਨਾਂ ਨੇ ਸੜਕਾਂ ਤੇ ਬਹਿਣਾ ਹੀ ਨਹੀਂ, ਕਿਸਾਨ 15 ਨੇ ਮੰਨ ਜਾਣਗੇ। ਇਹਨਾਂ ਦੇ ਦਿਮਾਗ ਦੀ ਗਲਤ ਫਹਿਮੀ ਆ। ਇਹ ਉਹ ਕਿਸਾਨ ਨਹੀਂ। ਹੁਣ ਇਹਨਾਂ ਨੇ ਸਕੂਲ ਲੱਗ ਚੁੱਕੇ। ਮੋਦੀ ਸਾਹਿਬ ਨੇ ਬਹੁਤ ਵਧੀਆ ਕੀਤਾ। ਬੜੇ ਬੁਲਾਰੇ ਇਹਦੇ ਵਿੱਚੋਂ ਬੜੇ ਲੀਡਰ ਕੱਢ ਦਿੱਤੇ ਆ ਤੇ ਇਹਨਾਂ ਨੂੰ ਹੁਣ ਮੈਨੂੰ ਲੱਗਦਾ ਹੈ ਇਹਨਾਂ ਨੂੰ ਹੁਣ ਸੋਚਣ ਵਾਸਤੇ ਮਜਬੂਰ ਕਰਨਗੇ ਲੋਕ। ਪੰਜਾਬ ਦੇ ਲੋਕ ਇਹਨਾਂ ਨੂੰ ਸੋਚਣ ਵਾਸਤੇ ਮਜਬੂਰ ਕਰਨਗੇ। ਸੜਕਾਂ ਤੇ ਤਾਂ ਇਹਨਾਂ ਨੇ ਬਿਠਾ ਦਿੱਤਾ ਆ। ਇਹਨਾਂ ਦੀ ਛਵੀ ਬਹੁਤ ਵਧੀਆ ਬਣੀ ਹੋਈ ਸੀ ਪੰਜਾਬ ਸਰਕਾਰ ਦੀ, ਪਰ ਆ ਇਹਨਾਂ ਦੀ ਨਾਕਾਮੀ ਕਾਰਨ ਹੁਣ ਇਹਨਾਂ ਨੂੰ ਸਾਡੀ ਕਿਸਾਨਾਂ ਦੀ ਮਾਰ ਝੇਲਣੀ ਪਊਗੀ। ਅੱਗੇ ਤਾਂ ਅਸੀਂ ਬੀਜੇਪੀ ਵਾਲਿਆਂ ਦਾ ਕਹਿ ਰਹੇ ਸੀ ਕਿ ਪਿੰਡਾਂ ਦੇ ਵਿੱਚ ਤੁਸੀਂ ਵਿਰੋਧ ਕਰੋ। ਮੈਨੂੰ ਲੱਗਦਾ ਹੁਣ ਖਲਾਰਾ ਸਾਰਿਆਂ ਦੇ ਪਾਉਣਾ ਪੈਣਾ। ਕੋਈ ਏਡੀ ਗੱਲ ਵੀ ਹੈ ਨਹੀਂ ਗੀ। ਮੌਜੂਦਾ ਰੇਟ ਕੀ ਆ? 300 ਹੈ, 310 ਹੈ ਕਿ ਉਸ ਤੋਂ ਘੱਟ ਹੈ? 310 ਰੁਪਏ ਪ੍ਰਤੀ ਕੁਆਂਟਲ ਜਿਹੜਾ ਪਿਛਲੇ 4-5 ਸਾਲਾਂ ਤੋਂ ਰੇਟ ਚੱਲ ਰਿਹਾ ਆ। ਔਰ ਸਰਕਾਰ ਨੇ ਇੱਕ ਧੇਲਾ ਵੀ ਇਹਦੇ ਵਿੱਚ ਨਹੀਂ ਪਾਇਆ। ਖਰਚੇ ਵੱਧ ਗਏ। ਦੇਖੋ 40,000 ਰੁਪਇਆ ਜ਼ਮੀਨ ਦਾ ਠੇਕਾ ਹੋ ਗਿਆ, 40,000 ਰੁਪਇਆ ਉੱਤੇ ਖਰਚਾ ਹੋ ਗਿਆ, ਵਿੱਚ ਲੇਬਰਾਂ ਲੂਬਰਾਂ ਪਾ ਕੇ ਸਾਰਾ ਕੁਝ ਕਰਕੇ ਘਸਾਈ ਵਸਾਈ ਪਾ ਕੇ 90 92 93,000 ਰੁਪਇਆ ਸਾਨੂੰ ਖਰਚਾ ਆਉਂਦਿਆ ਤੇ ਕਿੱਲੇ ਦੇ ਵਿੱਚੋਂ ਨਿਕਲਦਾ 300 ਕੁਆਂਟਲ ਆ। ਤੇ ਜਦੋਂ 300 ਕੁਆਂਟਲ ਨਿਕਲਦਾ ਤਾਂ 92 93,000 ਦਾ ਆਉਂਦਾ ਤੇ ਕਿਸਾਨ ਫਾਹੇ ਨਾ ਲੈਣਗੇ ਤਾਂ ਹੋਰ ਕੀ ਕਰਨਗੇ? ਤੁਸੀਂ ਇਹਨਾਂ ਮੰਤਰੀਆਂ ਸੰਤਰੀਆਂ ਦੇ ਤੁਸੀਂ ਦੇਖ ਲਓ। ਇੱਕ ਗੱਲ ਤੁਸੀਂ ਦੇਖੋ ਆ ਹੁਣ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਨੂੰ ਕਹਿੰਦੇ ਅਸੀਂ ਨੌਕਰੀ ਤੇ ਰੱਖਾਂਗੇ ਪਰ ਇਹਨਾਂ ਨੂੰ ਪੈਨਸ਼ਨਾਂ ਨਹੀਂ ਦੇਣੀਆਂ। ਰਾਜ ਨਹੀਂ ਕਰਦੇ, ਕਹਿੰਦੇ ਸੇਵਾ ਕਰਦੇ ਆ। ਡਾਂਗਾ ਵੀ ਮਾਰਦੇ ਆ, ਜੇਲ੍ਹਾਂ 'ਚ ਵੀ ਦਿੰਦੇ ਆ, ਸੇਵਾ ਤਾਂ ਉਹ ਕਰੀ ਜਾਂਦੇ ਆ। ਦੂਜੀ ਗੱਲ ਤੁਸੀਂ ਇਹਨਾਂ ਦੀਆਂ ਤਨਖਾਹਾਂ ਦੇਖ ਲਓ, ਲੱਖਾਂ ਦੇ ਵਿੱਚ ਇਹਨਾਂ ਦੀਆਂ ਤਨਖਾਹਾਂ ਆ। ਨਾਲ ਦੀ ਨਾਲ ਪੈਨਸ਼ਨਾਂ ਇਹਨਾਂ ਨੇ ਕਿਹੜੇ ਯੁੱਧ ਜਿੱਤੇ ਜਿਹੜੀ ਇਹਨਾਂ ਨੂੰ ਪੈਨਸ਼ਨਾਂ ਲਾਈਆਂ ਆ। ਔਰ ਇੱਕ ਪੈਨਸ਼ਨ ਲੱਗਦੀ ਆ, ਇੱਕ ਵਾਰੀ ਐਮਐਲਏ ਬਣਦਾ, ਦੂਜੀ ਵਾਰੀ ਐਮਐਲਏ ਬਣਦਾ, ਦੂਜੀ ਵਾਰੀ ਪੈਨਸ਼ਨ ਲੱਗਦੀ। 8-8 ਪੈਨਸ਼ਨਾਂ ਲੱਗੀਆਂ ਹੋਈਆਂ ਇਹਨਾਂ ਨੂੰ। ਔਰ ਇਹਨਾਂ ਦਾ ਹੀ ਮੈਂ ਕਹਿੰਦਾ ਬੋਝ ਆ ਜ਼ਿਆਦਾ ਜਿਹੜਾ ਇਹ ਪੰਜਾਬ ਤੇ ਤਾਂ ਦੂਜੇ ਸੂਬਿਆਂ ਤੇ ਪਿਆ। ਇਹਨਾਂ ਲੋਕਾਂ ਦਾ ਹੀ ਬੋਝ ਆ। VIP ਗੱਡੀਆਂ ਸਿਕਿਉਰਿਟੀ ਦਿੱਤੀ ਹੋਈ ਆ। ਲੱਖਾਂ ਦਾ ਤਾਂ ਖਰਚਾ ਇਹਨਾਂ ਦੇ ਪੈ ਜਾਂਦਾ, ਕਰੋੜਾਂ 'ਚ ਪੈ ਜਾਂਦਾ ਖਰਚਾ। ਤਾਂ ਇਹ ਸਾਰੇ ਜਿਹੜੇ ਆ ਮੇਰੇ ਤੁਹਾਡੇ ਵਰਗੇ ਟੈਕਸ ਕਟਾਉਂਦੇ ਆ ਤੇ ਉਹਦੇ ਵਿੱਚੋਂ ਹੀ ਇਹ ਸਰਕਾਰਾਂ ਚੱਲਦੀਆਂ ਤੇ ਉਹਦੇ ਵਿੱਚ ਉਹਨਾਂ ਨੂੰ ਤਨਖਾਹਾਂ ਦਿੰਦੇ ਆ। ਬਜ਼ੁਰਗਾਂ ਨੂੰ 750 ਰੁਪਇਆ ਜਿਹੜੀ ਪੈਨਸ਼ਨ ਦੇਣ ਨੂੰ ਅੱਜ ਤੱਕ ਇਹ ਘੀਸੀਆਂ ਕਰਾ ਦਿੰਦੇ ਆ ਤੇ ਆਪਣੀਆਂ ਲੱਖਾਂ ਦੀਆਂ ਪੈਨਸ਼ਨਾਂ ਇਹਨਾਂ ਨੂੰ ਦਿਸਦੀਆਂ ਨਹੀਂ ਗਿਆ। ਇਸ ਕਰਕੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ, ਕਿਸਾਨਾਂ ਦੇ ਬਾਰੇ 'ਚ ਸੋਚਣਾ ਚਾਹੀਦਾ ਸੀਗਾ। ਉਹ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਉਹਦੀ ਹਮਾਇਤ ਕਰਨੀ ਚਾਹੀਦੀ ਸੀ, ਪਰ ਅੱਜ ਇਹਨੇ ਸਾਬਤ ਕਰ ਦਿੱਤਾ ਕਿ ਮੈਂ ਕਿਸਾਨਾਂ ਦੇ ਖਿਲਾਫ ਆ। ਸਿੱਧੂ ਸਾਹਿਬ ਵੀ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਤਾਂ ਨੰਗੇ ਪੈਰੀਂ ਆ ਕੇ ਕਿਸਾਨਾਂ ਦਾ ਮਸਲਾ ਹੱਲ ਕਰ ਲੂੰ। ਉਹ ਅਸੀਂ ਤਾਂ ਕਹਿੰਦੇ ਜੁੱਤੀ ਪਾ ਕੇ ਆ ਜਾ, ਤੂੰ ਜੁੱਤੀ ਪਾ ਕੇ ਆ ਕੇ ਮਸਲਾ ਹੱਲ ਕਰ ਦੇ। ਮਸਲਾ ਤਾਂ ਹੱਲ ਕਰ, ਵਾਅਦੇ ਤਾਂ ਵੱਡੇ ਵੱਡੇ ਕਰਦੇ ਆ। ਸਿੱਧੂ ਸਾਹਿਬ ਤਾਂ ਇਹ ਵੀ ਗੱਲ ਕਹਿ ਰਹੇ ਸੀਗੇ ਭਈ ਸਿੱਧੂ ਸਾਹਿਬ ਕਹਿੰਦੇ ਕਿ ਮੈਂ ਮਾਫੀਆ ਖਤਮ ਕਰ ਦੂੰਗਾ, ਸਾਡੀ ਸਰਕਾਰ ਆਈ। ਓਏ ਹੁਣ ਸਰਕਾਰ ਕਿਹਦੀ ਆ? ਘਰ ਘਰ ਤਾਂ ਤੁਸੀਂ ਰੁਜ਼ਗਾਰ ਦੇ ਦਿੱਤਾ। ਉਹ ਕਹਿੰਦੇ ਕਿ ਮੇਰੇ ਕੋਲ ਹਾਲੇ ਪਾਵਰ ਨਹੀਂ ਹੈਗੀ। ਉਹ ਪਾਵਰਾਂ ਸਾਰੀਆਂ ਮੰਤਰੀ ਉਹਨਾਂ ਦੇ ਮਗਰ ਤੁਰੇ ਫਿਰਦੇ, MLA ਸਾਰੇ ਉਹਨਾਂ ਦੇ ਕੋਲ ਪਾਵਰ ਉਹਨਾਂ ਦੇ ਕੋਲ। ਜਦੋਂ ਬਿਜਲੀ ਮੰਤਰੀ ਬਣਾਇਆ ਸੀ ਉਦੋਂ ਇਹਨਾਂ ਨੇ ਬਿਜਲੀ ਫ੍ਰੀ ਕਰ ਦਿੱਤੀ ਸੀ। ਉਦੋਂ ਤਾਂ ਪਾਵਰ ਸੀਗੀ, ਉਦੋਂ ਕਿਉਂ ਨਹੀਂ ਪਾਵਰ ਵਰਤੀ? ਬਸ ਇਹਨਾਂ ਨੂੰ ਬਿਠਾ ਦਿਓ ਕੁਰਸੀਆਂ ਤੇ, ਇਹ ਨਜ਼ਾਰੇ ਲੈ ਲੈਣ। 2015 ਦੇ ਵਿੱਚ ਇੱਥੇ ਇਹ ਸੜਕ ਤੇ ਬਾਦਲ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਲੱਗਾ ਸੀ, ਪਹਿਲਾ ਧਰਨਾ, ਉੱਥੋਂ ਹੀ ਇਹ ਜਥੇਬੰਦੀਆਂ ਦੀ ਹੋਂਦ ਹੋਈ ਸੀਗੀ ਤੇ ਉਸ ਵੇਲੇ ਵੀ ਉਹ ਪੈਸਿਆਂ ਦਾ 50 ਰੁਪਏ ਕੁਆਂਟਲ ਦਾ ਚੱਕਰ ਸੀਗਾ। ਮੈਨੂੰ ਇਹ ਦੱਸੋ, ਆਪਾਂ ਲੋਕ ਜਿਹੜੇ ਆ ਸਰਕਾਰਾਂ ਚੁਣਦੇ ਆ, ਕੋਈ ਵਿਧਾਇਕ ਚੁਣਨਾ ਹੋਵੇ, ਕੋਈ ਮੰਤਰੀ ਚੁਣਨਾ ਹੋਵੇ ਤਾਂ ਉਹ ਸਾਡੀਆਂ ਵੋਟਾਂ ਦੇ ਨਾਲ ਚੁਣਿਆ ਜਾਂਦਾ। ਸਾਰੇ ਮਸਲਿਆਂ ਦਾ ਹੱਲ ਧਰਨਿਆਂ ਨਾਲ ਹੀ ਹੋਊਗਾ। ਮੈਂ ਕਹਿੰਦਾ ਅਸੀਂ ਮੂਰਖ ਆ, ਸਾਡੇ ਲੋਕ ਮੂਰਖ ਆ। ਮੈਂ ਤਾਂ ਇਹ ਅਪੀਲ ਦੇਸ਼ ਦੇ ਲੋਕਾਂ ਨੂੰ, ਆਪਣੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਕਰਦਾ, ਭਾਈ ਵੋਟਾਂ ਦੇ ਵਿੱਚ ਬੋਤਲਾਂ ਤੇ ਨਾ ਵਿਕਿਓ, ਆਪਣਾ ਜ਼ਮੀਰ ਨਾ ਵੇਚਿਓ। ਆ ਦੇਖ ਲਓ ਬੇਰੁਜ਼ਗਾਰੀ ਕਿੱਦਾਂ ਪਈ ਹੋਈ ਆ। ਜੇ ਕਿਤੇ ਬਾਹਰਲੇ ਦੇਸ਼ਾਂ ਦੇ ਵੀਜ਼ੇ ਨਾ ਖੁੱਲ੍ਹਦੇ ਤਾਂ ਸਾਡੇ ਦੇਸ਼ ਦਾ ਹਾਲ ਕੀ ਹੋ ਜਾਣਾ ਸੀ? ਜਿਹੜਾ ਕਰਪਸ਼ਨ ਕਰਦਾ ਬੰਦਾ ਉਹ ਇਹਨਾਂ ਦਾ ਹਮਾਇਤੀ ਆ। ਦੇਖੋ ਜਿਹੜਾ ਸਰਕਾਰਾਂ ਦੇ ਖਿਲਾਫ ਖੜਾ ਹੁੰਦਾ ਹੈ ਉਹ ਤਾਂ ਦੇਸ਼ ਧਰੋਹੀ ਹੋਇਆ, ਤਾਂ ਜਿਹੜਾ ਇਹਨਾਂ ਦੇ ਹੱਕ 'ਚ ਆ ਉਹਨੂੰ ਦੇਸ਼ ਭਗਤ ਕਹਿੰਦੇ ਆ। ਤਾਂ ਇਹ ਦੇਸ਼ ਭਗਤੀ ਹੋਈ? ਭਗਤ ਸਿੰਘ ਸ਼ਹੀਦ ਨੇ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਦੇਸ਼ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ, ਯਾਦ ਕਰਾਇਆ ਦੇਸ਼ ਨੂੰ, ਤੇ ਉਹਦਾ ਅੱਜ ਤੱਕ ਸ਼ਹੀਦਾਂ 'ਚ ਨਾਂ ਦਰਜ ਕੀਤਾ। ਆ 600 ਦੇ ਕਰੀਬ ਇਸ ਮੋਰਚਿਆਂ ਤੇ ਸ਼ਹੀਦ ਹੋ ਗਿਆ ਕਿਸਾਨ। ਇਹਨਾਂ ਕੋਲ ਡਾਟਾ ਹੀ ਹੈ ਨਹੀਂਗਾ। ਇਹਨਾਂ ਨੇ ਵੀ ਤਾਂ ਸ਼ਹੀਦਾਂ ਦਾ ਨਾਮ ਦਰਜ ਕੀਤਾ, ਪਿੱਛੇ ਜੇ ਨੌਕਰੀਆਂ ਵੀ ਦਿੱਤੀਆਂ ਸੀਗੀਆਂ ਪਰਿਵਾਰਾਂ ਨੂੰ। ਉਹ ਆਪਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ। ਉਹ ਤਾਂ ਕਹਿੰਦੇ ਸ਼ਹੀਦ ਹੋਏ ਆ।
ਉਹ ਬਸ ਉਹ ਇਦਾਂ ਹੀ ਇਹਨਾਂ ਦਾ ਕੁੱਤਾ ਸ਼ਹੀਦ ਹੋ ਜਾਵੇ ਉਹਨੂੰ ਵੀ ਬਹੁਤ ਕੁਝ ਦੇ ਦਿੰਦੇ ਆ। ਉਹ ਤੁਸੀਂ ਗੱਲਾਂ ਛੱਡ ਦਿਓ, ਇਹ ਅੰਨਾ ਬੰਦੇ ਰੇੜੀਆਂ ਮੁੜ ਆਪਣਿਆਂ ਨੂੰ ਦੇਵੇ, ਉਹ ਹਿਸਾਬ ਇਹਨਾਂ ਸਰਕਾਰਾਂ ਦਾ ਹੋਇਆ ਪਿਆ ਆ। ਇਹ ਲੋਕਾਂ ਨੂੰ ਸੋਚਣ ਦੀ ਲੋੜ ਆ। ਕੋਈ ਗੱਲ ਨਹੀਂ, 2022 ਲਾਗੇ ਆ ਗਿਆ, ਲੋਕ ਸੋਚਣਗੇ, ਵਿਚਾਰਨਗੇ। ਇਹ ਜਿਹੜੀਆਂ ਗੰਦੀਆਂ ਸਰਕਾਰਾਂ ਸਾਰੀਆਂ ਹੀ ਇਹਨਾਂ ਬਾਰੇ ਹੁਣ ਸੋਚਣਗੇ ਲੋਕ। ਇਹ ਪਲਟਾ ਵੱਜਣਾ, ਇਨਕਲਾਬ ਆਉਣਾ ਆ। ਕ੍ਰਾਂਤੀ ਲੋਕਾਂ 'ਚ ਆ ਚੁੱਕੀ ਆ ਤੇ ਇਨਕਲਾਬ ਆਉਣ ਵਾਲਾ ਬਾਕੀ ਤਾਂ ਉਹ ਵੀ ਆਉਣ ਵਾਲੇ ਸਮੇਂ 'ਚ ਆਊਗਾ। ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਜੀ ਇਨਕਲਾਬ ਆਊਗਾ, ਵਾਕਈ ਲੱਗਦਾ ਇਨਕਲਾਬ ਆਊਗਾ? 101% ਆਏਗਾ। ਬਾਹਰੀ ਸਾਲੀ ਰੂੜੀ ਦੀ ਵੀ ਸੁਣੀ ਜਾਂਦੀ ਆ, ਪਰ ਇਹ ਤੇ ਆਵਾਮ ਦੀ ਆਵਾਜ਼ ਆ। ਜਨਤਾ ਦੁਖੀ ਹੋ ਗਈ ਇਹਨਾਂ ਲੋਕਾਂ ਕੋਲੋਂ। 70 ਸਾਲ ਹੋ ਗਏ ਇਹਨਾਂ ਦੇ ਮਗਰ ਭੱਜਦਿਆਂ ਨੂੰ, ਪਰ ਅੱਜ ਲੋਕਾਂ ਦੀ ਜ਼ਮੀਰ ਪਰਮਾਤਮਾ ਨੇ ਜਗਾਈ ਹੈ। ਇਹ ਕੁਦਰਤ ਦਾ ਵਿਧਾਨ ਹੈ। ਜਦੋਂ ਅਤਿਆਚਾਰ ਵੱਧ ਜਾਂਦਾ, ਪਰਮਾਤਮਾ ਫਿਰ ਕਹਿੰਦੇ ਡਾਂਗੀ ਰੱਬ ਨਾ ਮਾਰਦਾ ਮੱਤ ਅਵੱਲੀ ਦੇ। ਉਹ ਇਹਨਾਂ ਭ੍ਰਿਸ਼ਟ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਪਬਲਿਕ ਇਧਰੋਂ ਜਾਗਣ ਲੱਗ ਪਈ ਹੈ, ਸਾਰਾ ਆਵਾਮ ਜਾਗ ਗਿਆ। ਪਰਮਾਤਮਾ ਕਿਰਪਾ ਕਰੇ, ਉਹ ਸਮਾਂ ਛੇਤੀ ਵਿਖਾਏ, ਇਸ ਕਲਯੁਗ ਨੂੰ ਫਿਰ ਸਤਯੁਗ ਵਿੱਚ ਬਦਲੇ, ਤਾਂ ਕਿ ਇੱਥੇ ਸ਼ਾਂਤਮਈ ਸਾਰੇ ਲੋਕ ਸੁਖੀ ਰਹਿ ਸਕਣ। ਆ ਜਿਹੜਾ ਅੱਜ ਧਰਨਾ ਲੱਗਿਆ ਇੱਥੇ ਸੜਕ ਦੇ ਉੱਤੇ ਕਿਸਾਨ ਬੈਠੇ ਹੋਏ ਆ, ਕਿਸ ਤਰ੍ਹਾਂ ਦੀ ਮਜਬੂਰੀ ਸੀਗਾ? ਜਿਹੜਾ ਬੰਦਾ ਗੰਨੇ ਦੀ ਕਾਸ਼ਤ ਕਰਦਾ ਹੈਗਾ, ਗੰਨੇ ਦੀ ਖੇਤੀ ਕਰਦਾ ਹੈ, ਕੀ ਖਰਚੇ ਆਉਂਦੇ ਆ ਉਹਦੇ ਤੇ ਕਿੰਨਾ ਕੁ ਮੁਨਾਫਾ ਹੁੰਦਾ ਜਿਹੜਾ ਸਰਕਾਰ ਨਹੀਂ ਸੋਚਦੀ ਕਿ ਰੇਟ ਵਧਾ ਦੇਣੇ ਚਾਹੀਦੇ ਆ? ਦੇਖੋ, ਪਹਿਲੇ ਤੇ ਸਰਕਾਰਾਂ ਨੇ ਸਭ ਤੋਂ ਪਹਿਲਾਂ ਰੌਲਾ ਪਾਇਆ ਜੀ ਡਿਵਰਸੀਫਿਕੇਸ਼ਨ ਲਿਆਓ, ਕਣਕ ਝੋਨੇ ਦੇ ਹਟੋ ਰਕਬਾ ਕੱਢੋ। ਅੱਜ ਜੇ ਕਿਸਾਨ ਵੀਰ ਲੱਗੇ ਸੀ ਇਸ ਪਾਸੇ ਬਦਲੀ ਕਰਕੇ ਫਸਲਾਂ ਵਿਭਿੰਨਤਾ ਵਾਲੇ ਪਾਸੇ ਆਏ, ਗੰਨੇ ਨੂੰ ਤਰਜੀਹ ਦਿੱਤੀ ਕਿਸਾਨਾਂ ਨੇ। ਕੁਝ ਸਮਾਂ ਪਹਿਲਾਂ ਮਿੱਲਾਂ ਵਾਲਿਆਂ ਨੇ ਵੀ ਆਪਣੇ ਬਿਜ਼ਨਸ ਚਲਾਉਣ ਨੂੰ ਲਾਲਚ ਦਿੱਤੇ, ਕਿਸਾਨਾਂ ਨੂੰ 2 ਪੈਸੇ ਕਮਾਈ ਦਿਖਣ ਲੱਗੀ, ਕਿਸਾਨ ਇਸ ਪਾਸੇ ਤੁਰ ਪਏ। ਪਰ ਅੱਜ 5 ਸਾਲ ਹੋ ਗਏ, ਸਾਡੀ ਗੰਨੇ ਦੀ ਕੀਮਤ 310 ਰੁਪਏ ਰਹਿ ਗਈ। 5 ਸਾਲਾਂ ਦੇ ਵਿੱਚ ਮਹਿੰਗਾਈ ਕਿੰਨੀ ਚਲੀ ਗਈ ਹੈ। ਅੱਜ ਜ਼ਮੀਨਾਂ ਦੇ ਠੇਕੇ ਤੁਸੀਂ ਦੇਖ ਲਓ, 35 ਤੋਂ 40 ਹਜ਼ਾਰ ਨੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਮਾਲਵੇ ਦੇ ਵਿੱਚ ਤੇ 70 ਹਜ਼ਾਰ ਤੱਕ ਠੇਕੇ ਪਹੁੰਚ ਚੁੱਕੇ ਨੇ। ਹੋਰ ਖਰਚੇ, ਡੀਜ਼ਲ ਕਿੱਥੋਂ ਚਲਾ ਗਿਆ, ਡਬਲ ਹੋ ਗਿਆ 5 ਸਾਲਾਂ ਦੇ ਵਿੱਚ ਲਗਭਗ। ਤੇ ਸਾਡੀ ਆਮਦਨ ਜੇ ਕੀ ਕਹਿੰਦੇ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ, ਫਿਰ ਅਸੀਂ ਕਿੱਦਾਂ ਇਹ ਕਰ ਪਾਵਾਂਗੇ ਕਿ ਗੰਨੇ ਵਾਲੀ ਖੇਤੀ ਸਾਡੀ ਲਾਹੇਵੰਦ ਧੰਦਾ ਰਹਿ ਗਿਆ, ਬਿਲਕੁਲ ਘਾਟੇ ਦਾ ਧੰਦਾ ਹੋ ਗਿਆ। ਮਜਬੂਰ ਹੋ ਕੇ ਅੱਜ ਸਾਨੂੰ ਸੜਕਾਂ ਤੇ ਬੈਠਣਾ ਪਿਆ। ਸਰਕਾਰ ਇੱਕ ਪਾਸੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਕਹਿੰਦੀ ਹੈ ਕਿ ਡਿਵਰਸੀਫਿਕੇਸ਼ਨ ਹੋਣਾ ਚਾਹੀਦਾ, ਜਿਹੜਾ ਹੋਰ ਫਸਲਾਂ ਜਿਹੜੀਆਂ ਨੇ ਉਹ ਆਉਣੀਆਂ ਚਾਹੀਦੀਆਂ ਨੇ। ਕੀ ਵਾਕਈ ਪਿੰਡਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ? ਜਿਹੜੇ ਖੇਤੀ ਮਾਹਿਰ ਨੇ ਜਾਂ ਫਿਰ ਜਿਹੜੀਆਂ ਯੂਨੀਵਰਸਿਟੀ ਬਣੀਆਂ ਹੋਈਆਂ ਨੇ, ਸਰਕਾਰ ਵੱਲੋਂ ਨਹੀਂ, ਜਿਹੜੇ ਵਿਭਾਗ ਦੇ ਲੋਕ ਆ ਉਹ ਆ ਕੇ ਦੱਸਦੇ ਆ ਕਿਸਾਨਾਂ ਨੂੰ ਕਿ ਭਾਈ ਹੁਣ ਝੋਨੇ ਤੇ ਕਣਕ ਦਾ ਜਿਹੜਾ ਉਹ ਤੁਸੀਂ ਚੱਕਰ ਛੱਡ ਦਿਓ, ਉਹਦੀ ਜਗ੍ਹਾ ਦੇ ਉੱਤੇ ਆਹ ਫਸਲ ਬੀਜੋ, ਇਹਦਾ ਇੰਨਾ ਮੰਡੀਕਰਨ ਹੋਊਗਾ, ਇੰਨੀ ਜਿਹੜਾ ਇਸ ਫਸਲ ਦਾ ਤੁਹਾਨੂੰ ਭਾਅ ਮਿਲੂਗਾ? ਨਹੀਂ, ਬਿਲਕੁਲ ਨਹੀਂ। ਜੇ ਸਰਕਾਰ ਇਹਨੇ ਉਪਰਾਲੇ ਕਰ ਲਵੇ ਤਾਂ ਫਿਰ ਕਿਸਾਨ ਖੁਦਕਸ਼ੀਆਂ ਵਾਲੇ ਰਸਤੇ ਤੇ ਨਾ ਪੈਣ। ਉਹ ਜਿਹੜੇ ਹੈ ਨੇ ਆਪਣਾ ਸਾਡੇ ਸਰਕਾਰੀ ਅਧਿਕਾਰੀ ਖੇਤੀ ਯੂਨੀਵਰਸਿਟੀ ਵਾਲੇ, ਉਹ ਆਪਣੀਆਂ ਤਨਖਾਹਾਂ ਲੈਣ ਤੱਕ ਸੀਮਤ ਨੇ, ਕਿਸਾਨਾਂ ਤੱਕ ਪਹੁੰਚ ਕੋਈ ਨਹੀਂ ਕਰਦਾ। ਕਿਸਾਨ ਆਪ ਹੀ ਹੱਥ ਪੱਲਾ ਮਾਰਦਾ, ਜਿੱਦਣ ਨੂੰ ਉਹਨੂੰ 2 ਪੈਸੇ ਬਚਦੇ ਦਿਖਦੇ ਨੇ ਵਿਚਾਰਾ ਉਹ ਫਸਲ ਬੀਜਣ ਲੱਗ ਪੈਂਦਾ। ਜੇ ਮੰਡੀਕਰਨ MSP ਗਰੰਟੀ ਮਿਲ ਜਾਏ ਤਾਂ ਫਿਰ ਕਿਸਾਨ ਨੂੰ ਕੀ ਲੋੜ ਆ ਕਣਕ ਥੱਲੇ ਝੋਨੇ ਥੱਲੇ ਰਕਬਾ ਦੇਣ ਦੀ? ਕਿਉਂ ਆਪਣਾ ਅਸੀਂ ਪਾਣੀ ਵਡਾਉਣ ਦੇ ਖਤਮ ਕਰਨ ਦੇ ਆ? ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪਾਣੀ ਤੋਂ ਵੀ ਤਰਸਣਗੀਆਂ। ਸਰਕਾਰ ਵੱਲੋਂ ਕੋਈ ਇਦਾਂ ਦੀ ਪਹਿਲ ਕਦਮੀ ਹੈ ਨਹੀਂ ਹੈ ਕਿ ਕਣਕ ਝੋਲੇ ਥੱਲੋਂ ਕੱਢ ਸਕਣ ਕਿਸਾਨਾਂ ਨੂੰ। ਨਵਜੋਤ ਸਿੱਧੂ ਤੋਂ ਉਮੀਦ ਰੱਖਦੇ ਹੋ? ਨਵਜੋਤ ਸਿੱਧੂ ਤੇ ਡਫਲੀ ਵਜਾਉਣ ਵਾਲਾ ਹੀ ਆ, ਕਹਿੰਦਾ ਥਾਲੀ ਠੋਕੋ ਤਾਲੀ ਠੋਕੋ। ਮੈਂ ਕਹਿੰਦਾ ਇਹਨੂੰ ਛਿੱਤਰ ਠੋਕੋ। ਜਿੱਦਾਂ ਦਾ ਆ ਗਿਆ ਇਹ ਲੋਕੀ ਇਹਦਾ ਉਹ ਹਸ਼ਰ ਕਰਨਗੇ, ਦੇਖੇਗਾ ਨਾ ਘਟਦਾ ਰਹੇਗਾ ਨਾ ਘਟਦਾ ਰਹੇਗਾ। ਕੋਈ ਆਸ ਨਹੀਂ ਇਹਦੇ ਤੋਂ। ਤੁਹਾਨੂੰ ਲੱਗਦਾ ਨਹੀਂ ਕਿ ਸਮਾਂ ਦੇਣਾ ਚਾਹੀਦਾ? ਜਿਹੜੀਆਂ ਸਟੇਜ ਤੇ ਚੜ੍ਹ ਕੇ ਇੰਨੀਆਂ ਗੱਲਾਂ ਕੀਤੀਆਂ ਕਿ ਮੈਂ ਕਿਸਾਨਾਂ ਦਾ ਜਿਹੜਾ ਉਹ ਪਾਣੀ ਪੀਣ ਨੂੰ ਵੀ ਤਿਆਰ ਆ ਭਰ ਕੇ, ਮੈਂ ਕਿਸਾਨਾਂ ਦੇ ਨਾਲ ਖੜਾ, ਕਿਸਾਨੀ ਦੇ ਨਾਲ ਖੜਾ, ਉਹ ਮੇਰੇ ਭਰਾ ਨੇ ਜਿਹੜੇ ਧਰਨਿਆਂ ਤੇ ਬੈਠੇ ਆ, ਮੈਂ ਉਹਨਾਂ ਦੀ ਹਮਾਇਤ ਕਰਦਾ। ਇਹ ਗੱਲਾਂ ਲੀਡਰਾਂ ਨੂੰ ਬਹੁਤ ਆਉਂਦੀਆਂ ਨੇ। ਕੋਈ ਪਾਰਟੀ ਤੇ ਪਹਿਲਾਂ ਇੱਕ ਸਟੈਂਡ ਕਰ ਲੈਂਦਾ ਆਪਣੀ। ਅੱਜ ਕਿੰਨੀਆਂ ਪਾਰਟੀਆਂ ਬਦਲ ਚੁੱਕਿਆ, ਲੋਕੀ ਕੀ ਵਿਸ਼ਵਾਸ ਕਰਨਗੇ ਇਹਦੇ ਤੇ? ਕਿਸੇ ਇੱਕ ਘਰ ਦਾ ਹੋ ਕੇ ਰਹਿ ਕੇ ਜੇ ਆਵਾਜ਼ਾਂ ਦੇਵੇ ਤੇ ਫਿਰ ਲੋਕੀ ਵਿਸ਼ਵਾਸ ਕਰਨਗੇ। ਪਰ ਹੁਣ ਲੋਕਾਂ ਨੇ ਇਹਨਾਂ ਦੀਆਂ ਗੱਲਾਂ 'ਚ ਨਹੀਂ ਫਸਣਾ। ਇੱਕ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਚੱਲ ਰਹੀ ਹੈ, ਦੂਜੀ ਅੱਜ ਗੰਨੇ ਨੂੰ ਲੈ ਕੇ ਕਿਸਾਨਾਂ ਨੇ ਇੱਥੇ ਜੰਗ ਛੇੜ ਲਈ ਆਪਣੀ। ਲੱਗਦਾ ਹੈ ਇਹ ਚੀਜ਼ਾਂ ਪੰਜਾਬ ਦੀ ਸੱਤਾ ਦੇ ਵਿੱਚ ਵੀ ਬਦਲਾਅ ਲਿਆਉਣਗੀਆਂ? ਬਿਲਕੁਲ ਬਦਲਾਅ ਆਊਗਾ ਜੀ। ਅੱਜ ਤੁਸੀਂ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ ਇੱਥੇ ਇਕੱਠੀ ਹੋ ਗਈ ਆ। ਗੰਨੇ ਦੇ ਸੰਘਰਸ਼ ਦੇ ਵਾਸਤੇ ਅਸੀਂ ਬਹੁਤ ਚਿਰ ਪਹਿਲਾਂ ਕੈਪਟਨ ਸਾਹਿਬ ਦੇ ਕੋਲੋਂ ਇਸ ਚੀਜ਼ ਦੀ ਮੰਗ ਕਰ ਚੁੱਕੇ ਹਾਂ, ਪਰ ਅੱਜ ਕੈਪਟਨ ਸਾਹਿਬ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਹ ਆਪਣੀ ਸਿਆਸਤ ਦੇ ਵਿੱਚ ਉਲਝੇ ਹੋਏ ਹਨ। ਪਹਿਲਾਂ ਤਾਂ ਮੋਦੀ ਨੂੰ ਸਵਾਲ ਹੁੰਦੇ ਸੀਗੇ, ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਨੂੰ ਵੀ ਸਵਾਲ ਹੋਣਗੇ ਕਿ ਤੁਸੀਂ ਸਾਨੂੰ ਕੀ ਦੇ ਰਹੇ ਹੋ। ਆਪਣੀਆਂ ਤਨਖਾਹਾਂ ਪੈਨਸ਼ਨਾਂ ਇਹਨਾਂ ਨੂੰ ਵਧਾਉਣ ਦਾ ਫਿਕਰ ਹੈਗਾ, ਜ਼ਿਮੀਂਦਾਰ ਦੇ ਕਿਸੇ ਰੇਟ ਦਾ ਇਹਨਾਂ ਨੂੰ ਫਿਕਰ ਨਹੀਂ। ਗੰਨੇ ਦੇ ਰੇਟ ਨੂੰ ਲੈ ਲਓ, ਉਹਦਾ ਕੋਈ ਫਿਕਰ ਨਹੀਂ। ਕਣਕ ਦੇ ਰੇਟ ਦਾ ਇਹਨਾਂ ਨੂੰ ਫਿਕਰ ਨਹੀਂ। ਝੋਨੇ ਦੇ ਰੇਟ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ। ਕੋਈ ਵੀ ਹੱਕ ਲੈਣਾ ਕੀ ਕਿਸਾਨ ਨੂੰ ਸੁੱਖਿਆ ਹੋਇਆ ਹੈ ਵੀ ਸੰਘਰਸ਼ ਲੜ ਕੇ ਲੈਣਾ? ਅੱਜ ਤੋਂ
6 ਸਾਲ ਪਿੱਛੇ ਚੱਲ ਜਾਈਏ 15 ਦੇ ਵਿੱਚ, ਉਦੋਂ ਵੀ ਸੰਘਰਸ਼ ਕਰਕੇ 50 ਰੁਪਏ ਕੈਪਟਨ ਬਾਦਲ ਸਾਹਿਬ ਦੇ ਕੋਲੋਂ ਲਏ ਸੀਗੇ। ਉਸ ਤੋਂ ਬਾਅਦ ਇਸੇ ਜਗ੍ਹਾ ਤੇ ਅੱਜ ਫਿਰ ਕੈਪਟਨ ਦਾ ਰਾਜ ਆ। 5 ਸਾਲ ਤੋਂ 1 ਰੁਪਈਆ ਨਹੀਂ ਪਾਇਆ ਇਹਨਾਂ ਨੇ। ਅੱਜ ਫਿਰ ਉਸੇ ਜਗ੍ਹਾ ਤੇ ਸੰਘਰਸ਼ ਕਰਕੇ ਅੱਜ ਫਿਰ ਦੁਬਾਰਾ ਕੈਪਟਨ ਦੀ ਧੌਣ ਤੇ ਗੋਡਾ ਰੱਖਿਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਆਪਣੇ ਕੋਈ ਹਾਲਾਤ ਨਾ ਸੁਧਾਰੇ ਤੇ ਜੋ ਮੋਦੀ ਦਾ ਦੁਰਦਸ਼ਾ ਹੋ ਰਹੀ ਆ ਉਸ ਤੋਂ ਵੀ ਭੈੜੀ ਦੁਰਦਸ਼ਾ ਦੀ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾਊਗੀ। ਪਿਛਲੀ ਸਰਕਾਰ ਚੰਗੀ ਸੀ, ਆਹ ਵਾਲੀ ਸਰਕਾਰ ਚੰਗੀ ਆ ਜਾਂ ਹੋਰ ਬਦਲ ਆਉਣਾ ਚਾਹੀਦਾ? ਇੱਕ ਨਾਰਾ ਲਾਉਂਦੇ ਹੁੰਦੇ ਸੀਗੇ, ਚਿੱਟੇ ਬੰਗਲੇ ਨੀਲੇ ਮੋਰ, ਇਹ ਵੀ ਚੋਰ ਤਾਂ ਉਹ ਵੀ ਚੋਰ। ਨੀਲਿਆਂ ਨੇ ਰੱਜ ਕੇ ਖਾਦਾ, ਉਸ ਤੋਂ ਬਾਅਦ ਇਹਨਾਂ ਤੇ ਆਸ ਸੀਗੀ ਵੀ ਇਹ ਸਾਨੂੰ ਕੁਝ ਦੇਣਗੇ, ਇਹ ਉਹਨਾਂ ਦੇ ਬਾਪ ਨਿਕਲੇ। ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਹਾਂ ਖਾਧੀਆਂ। ਸੌਹਾਂ ਖਾਣ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਕੈਪਟਨ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਉਣਾ, ਕੈਪਟਨ ਦੇ ਫੇਰਨੇ ਲੋਕਾਂ ਨੇ ਛਿੱਤਰ। ਇਹਨਾਂ ਨੇ ਆਪਣੀ ਤਾਣੀ ਬਾਣੀ ਉਲਝਾਈ ਤੇ ਸਿੱਧੂ ਨੂੰ ਮੋਰੇ ਲੈ ਆਂਦਾ ਕਾਟੋ ਕਲੇਸ਼ ਕਰਕੇ ਵੀ ਸਿੱਧੂ ਨੂੰ ਲੋਕੀ ਕਬੂਲਣਗੇ। ਪਰ ਸਿੱਧੂ ਦਾ ਪਹਿਲਾਂ ਹੀ ਪਤਾ ਆ, ਕਦੀ ਉਹ ਕਿਸੇ ਨੂੰ ਪੇ ਬਣਾਉਂਦਾ, ਕਦੀ ਕਿਸੇ ਨੂੰ ਮਾਂ ਬਣਾਉਂਦਾ ਆਪਣਾ। ਅੱਜ ਹਾਲਾਤ ਸਿੱਧੂ ਦੇ ਦੇਖ ਲਓ, ਟਪੂਸੀਆਂ ਮਾਰਦਾ ਫਿਰਦਾ ਕਦੀ ਉਧਰ ਤੇ ਕਦੀ ਉਧਰ। ਇਹਨਾਂ ਦੇ ਹਾਲਾਤ ਬਹੁਤ ਹੋਣਗੇ। ਇਹ ਕੋਈ ਪਰਮਾਤਮਾ ਕ੍ਰਿਸ਼ਮਾ ਕਰੇ, ਕੋਈ ਬਦਲਾਅ ਇਹਨਾਂ ਦਾ ਆਵੇ, ਨਹੀਂ ਤਾਂ ਇਹਨਾਂ ਦੇ ਕੋਲੋਂ ਕੋਈ ਆਸ ਨਹੀਂ ਕੀਤੀ ਜਾਣੀ। ਰੱਜ ਕੇ ਲੁੱਟ ਕੇ ਖਾਦਾ ਇਸ ਆਵਾਮ ਨੇ। ਅੱਜ ਜਿਹੜੀ ਤਸਵੀਰ ਜਲੰਧਰ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਾਂ ਦਿੱਲੀ ਦੀਆਂ ਬਰੂਹਾਂ ਤੇ ਜਿਹੜੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ, ਲੱਗਦਾ ਕਿ ਪੰਜਾਬ ਦੀ ਸੱਤਾ ਦੇ ਵਿੱਚ ਵੀ ਇਹ ਤਬਦੀਲੀ, ਇਹ ਚੀਜ਼ਾਂ ਲਿਆਉਣਗੀਆਂ, ਆਵਾਮ ਜਿਹੜਾ ਬਦਲੇਗਾ ਇਹਨਾਂ ਚੀਜ਼ਾਂ ਨੂੰ? ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਜਿੱਦਾਂ ਮੋਦੀ ਉੱਪਰ ਵੱਡੇ ਕਾਰਪੋਰੇਟ ਘਰਾਣੇ ਦੀ ਦਲਾਲੀ ਕਰ ਰਿਹਾ ਵਾ, ਤੇ ਇਦਾਂ ਹੀ ਇੱਥੇ ਕੈਪਟਨ ਸਾਹਿਬ ਕਾਰਪੋਰੇਟਾਂ ਦੀ ਦਲਾਲੀ ਕਰ ਰਹੇ। ਮਿਲ ਮਾਲਕ ਵੀ ਜਿਹੜੇ ਹੈਗੇ ਸਾਰੇ ਕਾਰਪੋਰੇਟ ਸੈਕਟਰ ਆ। ਜਿੱਦਾਂ ਉੱਤੇ ਮੋਦੀ ਕਮਿਸ਼ਨ ਖਾਈ ਜਾਂਦਾ ਵਾ, ਇਦਾਂ ਹੀ ਇਹ ਕੈਪਟਨ ਸਰਕਾਰ ਦਾ ਜਿਹੜਾ ਮੂੰਹ ਕਾਲਾ ਕਰ ਦਿੰਦੇ ਥੋੜੇ ਬਹੁਤਾ। ਇਹ ਜਿਹੜੇ ਮਿੱਲਾਂ ਵਾਲੇ ਹੈਗੇ ਆ ਤੇ ਕਿਸਾਨਾਂ ਦਾ ਜਿਹੜਾ ਖੂਨ ਨਿਚੋੜ ਰਹੇ ਆ। ਪਿਛਲੇ 5 ਸਾਲਾਂ ਤੋਂ 1 ਰੁਪਈਆ ਵੀ ਗੰਨੇ ਦਾ ਰੇਟ ਨਹੀਂ ਵਧਿਆ। ਤੇ ਕੱਲ ਰਾਤੀ ਇਹਨਾਂ ਨੇ ਕੋਝਾ ਜਿਹਾ ਮਜ਼ਾਕ ਕੀਤਾ ਕਿ 15 ਰੁਪਏ ਦਾ ਲੋਲੀਪੌਪ ਦੇ ਕੇ। ਇਹ 15 ਰੁਪਏ ਦੇ 1 ਸਾਲ ਦੇ ਹੋਏ ਆ। ਕੈਪਟਨ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ, 15 ਰੁਪਏ ਦੇ 1 ਸਾਲ ਦੇ ਆ ਤੇ 5 ਸਾਲਾਂ ਦਾ ਹਿਸਾਬ ਲੈਣਾ ਮੈਂ, ਤੇ 15 5 75 ਰੁਪਏ ਬਣ ਜਾਣੇ ਆ। ਰੁਪਈਆ ਜਿਹੜਾ 400 ਰੁਪਈਆ ਅੱਜ ਅਸੀਂ ਲੈ ਕੇ ਤੋਂ ਅਨਾਉਂਸ ਕਰਾ ਕੇ ਫਿਰ ਹੀ ਉੱਠਾਂਗੇ। ਉਹਨਾਂ ਚਿਹਰੇ ਧਰਨਾ ਨਿਰੰਤਰ ਚੱਲੇਗਾ। ਜੇ ਨਹੀਂ ਮੰਨਦੇ ਤਾਂ ਧਰਨੇ ਦੀ ਰੂਪਰੇਖਾ ਕੀ ਹੈ? ਧਰਨੇ ਦੀ ਰੂਪਰੇਖਾ ਪਹਿਲਾਂ ਸਾਡੇ ਆਗੂ ਸਾਹਿਬਾਨ ਦੱਸ ਚੁੱਕੇ ਆ। ਜਿੰਨਾ ਚਿਰ 400 ਰੁਪਇਆ ਰੇਟ ਨਹੀਂ ਕਰਦੇ, ਧਰਨਾ ਨਿਰੰਤਰ ਜਾਰੀ ਰਹੇਗਾ, ਦਿਨ ਰਾਤ ਚੱਲੇਗਾ। ਜਿੱਦਾਂ ਮੋਰਚਾ ਦਿੱਲੀ ਲੱਗਾ ਹੋਇਆ ਵਾ, ਜੇ ਅਸੀਂ 9 ਮਹੀਨੇ ਉੱਥੇ ਬਹਿ ਸਕਦੇ ਹਾਂ ਤੇ ਅਸੀਂ ਇੱਥੇ ਵੀ ਬਹਿ ਸਕਦੇ ਹਾਂ ਅਣਮਿੱਥੇ ਸਮੇਂ ਲਈ। ਮੈਨੂੰ ਇੱਕ ਚੀਜ਼ ਦੱਸੋ ਕਿ ਕਿਸਾਨ ਜਿਹੜੇ ਆ ਉਹ ਦਿੱਲੀ ਵੀ ਬੈਠੇ ਆ, ਕੇਂਦਰ ਸਰਕਾਰ ਦੇ ਨਾਲ ਮੱਥਾ ਲਾਇਆ, ਇੱਥੇ ਅੱਜ ਪੰਜਾਬ ਸਰਕਾਰ ਦੇ ਨਾਲ ਮੱਥਾ ਲਾ ਕੇ ਬਹਿ ਗਿਆ, ਉਹ ਤਾਂ ਮੰਨਣ ਨੂੰ ਤਿਆਰ ਨਹੀਂਗਾ। ਇਹ ਮੰਨ ਜਾਣਗੇ ਛੇਤੀ? ਦੇਖੋ, ਉਹਨੂੰ ਵੀ ਇੱਕ ਦਿਨ ਮੰਨਣਾ ਪੈਣਾ ਆ ਤੇ ਇਹ ਤਾਂ ਮੰਨਿਆ ਲਓ, ਕਿਉਂਕਿ ਅਸੀਂ ਹੁਣ ਛੇਤੀ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਬੈਠ ਕੇ ਅਗਲੇ ਐਕਸ਼ਨ ਦੀ ਤਿਆਰੀ ਕਰਕੇ ਅਨਾਉਂਸ ਕਰਨ ਜਾ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਸੀ, ਜਿੱਦਾਂ ਤੁਸੀਂ ਕੁਐਸਚਨ ਕੀਤਾ ਵੀ ਮੋਰਚਾ ਜਿਹੜਾ 2 ਥਾਂ ਲੱਗੇ, ਪਰ ਇਹ ਪੰਜਾਬ ਸਰਕਾਰ ਨੇ ਸਾਨੂੰ ਮਜਬੂਰ ਕੀਤਾ। ਜਿੱਦਣ ਅਸੀਂ ਦਿੱਲੀ ਨੂੰ ਚੱਲੇ ਸੀ, ਕੈਪਟਨ ਸਾਹਿਬ ਨੂੰ 32 ਜਥੇਬੰਦੀਆਂ ਪੰਜਾਬ ਦੀਆਂ ਮਿਲੀਆਂ ਸੀ। ਉਹਨੇ ਇੱਕ ਵਾਅਦਾ ਕੀਤਾ ਸੀ ਵੀ 30 ਤਰੀਕ ਤੱਕ ਅਸੀਂ ਤੁਹਾਡਾ ਜਿਹੜਾ ਗੰਨੇ ਦਾ ਰੇਟ ਵੀ ਵਧਾਵਾਂਗੇ ਤਾਂ ਪਿਛਲਾ ਬਕਾਇਆ ਵੀ ਲੈ ਕੇ ਦਿੰਦੇ ਹਾਂ। 26 ਤਰੀਕ ਨੂੰ ਅਸੀਂ ਦਿੱਲੀ ਚਲੇ ਗਏ, ਉੱਥੇ ਅੰਦੋਲਨ 'ਚ ਬਿਜ਼ੀ ਹੋ ਗਏ। ਉੱਥੋਂ ਵੀ ਸਾਡੇ ਆਗੂਆਂ ਨੇ ਵਿੱਚ ਪੈ ਕੇ ਚੰਡੀਗੜ੍ਹ 2-3 ਮਹੀਨੇ ਤੋਂ ਰਾਬਤਾ ਬਣਾ ਰਹੇ ਸੀ ਵੀ ਸਾਨੂੰ ਇਦਾਂ ਹੀ ਸਾਡਾ ਜਿਹੜਾ ਹੱਲ ਹੋ ਜਾਵੇ, ਕਿਉਂਕਿ ਸਾਨੂੰ ਕਿਤੇ ਨਾ ਕਿਤੇ ਲੱਗਦੀ ਸੀ ਜਿੱਦਾਂ ਪੰਜਾਬ ਸਰਕਾਰ ਆ ਬੜਾ ਪ੍ਰਚਾਰ ਕਰਦੀ ਸੀ ਅਸੀਂ ਕਿਸਾਨ ਹਤੈਸ਼ੀ ਆ, ਪਰ ਕੱਲ ਜਿਹੜਾ ਉਹਨੇ ਕੰਮ ਕੀਤਾ ਉਹ ਕਿਸਾਨ ਹਤੈਸ਼ੀ ਹੋਣ ਦਾ ਚਿਹਰਾ ਜਿਹੜਾ ਪੰਜਾਬ ਸਰਕਾਰ ਦਾ ਨੰਗਾ ਹੋ ਗਿਆ। ਸਾਨੂੰ ਇਹ ਮੋਰਚਾ ਮਜਬੂਰ ਹੋ ਕੇ ਲਾਉਣਾ ਪਿਆ, ਪਰ ਸਾਡਾ ਪੰਜਾਬ ਦਾ ਕੇਡਰ ਬੈਠਾ ਹੈ। ਤੁਸੀਂ ਦਿੱਲੀ ਦੀਆਂ ਜਾ ਕੇ ਵੀਡੀਓ ਦੇਖ ਲਓ, ਅੱਜ ਵੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਆ, ਤੇ ਤੁਸੀਂ ਇੱਥੇ ਵੀ ਸੰਗਤ ਦੇਖ ਲਓ ਬਈ ਪੰਜਾਬ ਦਾ ਜਿੱਥੇ ਵੀ ਧਰਨਾ ਲੱਗਾ, ਪੰਜਾਬ ਦਾ ਕਿਸਾਨ ਇੰਨਾ ਦੁਖੀ ਕੀਤਾ ਇਹਨਾਂ ਸਰਕਾਰਾਂ ਨੇ। ਇਹ ਧਰਨੇ ਜਿਹੜੇ ਆ ਹੁਣ ਲਾ ਕੇ ਆਪਣਾ ਹੱਕ ਲੈਣਾ ਪੈਣਾ ਆ। ਦੇਖੋ ਤੁਸੀਂ ਕਿੰਨਾ ਧੱਕਾ ਹੋ ਰਿਹਾ ਆ। 310 ਰੁਪਏ ਰੇਟ ਜਿਹੜਾ ਸੀਗਾ, ਤੇ ਸਾਡੇ ਗਵਾਂਢੀ ਸੂਬੇ ਨੇ 350 ਰੇਟ ਕਈ ਸਾਲਾਂ ਤੋਂ ਉੱਥੇ ਚੱਲ ਰਿਹਾ ਸੀ, ਉਹਨੇ 8 ਰੁਪਏ ਹੋਰ ਵਧਾ ਦਿੱਤਾ। ਪਰ ਇਹਨੇ ਇੱਕ ਕੋਝਾ ਮਜ਼ਾਕ ਕੀਤਾ। ਸੀਰੇ ਦੇ ਰੇਟ ਕਿੱਥੇ ਚਲੇ ਗਏ, ਖੰਡ ਦੇ ਰੇਟ ਕਿੱਥੇ ਚਲੇ ਗਏ ਆ, ਪਰ ਫਿਰ ਵੀ ਸਰਕਾਰਾਂ ਨੇ ਨਹੀਂ। ਉਹ ਕੋਆਪਰੇਟ ਘਰਾਣੇ, ਉੱਥੇ ਵੀ 2 ਕੋਆਪਰੇਟ ਘਰਾਣਿਆਂ ਦੀ ਲੜਾਈ ਆ, ਇੱਥੇ ਵੀ ਕੈਪਟਨ ਸਾਹਿਬ ਤੇ ਜਿਹੜੇ 7 ਮਿੱਲਾਂ ਪ੍ਰਾਈਵੇਟ ਆ, ਪ੍ਰਾਈਵੇਟ ਕੋਆਪਰੇਟ ਜਿਹੜੇ ਸੀਗੇ ਉਹ ਇਹਨਾਂ ਤੇ ਹੈਵੀ ਆ, ਤਾਂ ਹੀ ਉਹਨਾਂ ਦੀਆਂ ਇਹਨਾਂ ਨੂੰ 7 ਮਿੱਲਾਂ ਦਿਸੀਆਂ, ਪਰ ਪੂਰੇ ਦੇ ਜਿਹੜਾ ਆ ਸੂਬੇ ਦਾ ਕਿਸਾਨ, ਗੰਨਾ ਕਿਸਾਨ, ਉਹ ਨਹੀਂ ਦਿਸਿਆ। ਮੈਂ ਜਦੋਂ ਵੀ ਕਿਸਾਨ ਆਗੂਆਂ ਦੇ ਨਾਲ ਗੱਲ ਕਰਦਾ ਹੁੰਦਾ, ਉਹਨਾਂ ਨੂੰ ਇੱਕ ਸਵਾਲ ਜ਼ਰੂਰ ਪੁੱਛਦਾ ਕਿ ਲੜਾਈ ਸਿਰਫ ਇੱਥੋਂ ਤੱਕ ਸੀਮਤ ਨਹੀਂ ਹੈਗੀ, ਖੇਤੀ ਕਾਨੂੰਨ ਰੱਦ ਹੋ ਜਾਣਗੇ, ਉਮੀਦ ਤੇ ਕਿਸਾਨ ਬੈਠੇ ਹੋਏ ਆ ਔਰ ਉਮੀਦ ਹੈ ਕਿ ਜਲਦੀ ਹੋ ਵੀ ਜਾਣਗੇ। ਦੂਜੇ ਪਾਸੇ ਲੜਾਈ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਛੇੜ ਦਿੱਤੀ। ਕਿਸਾਨਾਂ ਦੀਆਂ ਹੋਰ ਕਿਹੜੀਆਂ ਲੜਾਈਆਂ ਨੇ? ਜਿਸ ਤਰ੍ਹਾਂ ਮੈਂ ਜ਼ਿਕਰ ਕਰਦਾ ਹੁੰਦਾ ਕਿ ਰਿਸ਼ਵਤਖੋਰੀ ਵੀ ਉਹਨਾਂ ਦੇ ਲਈ ਇੱਕ ਲੜਾਈ ਹੈ। ਜਦੋਂ ਪਟਵਾਰੀ ਕੋਲੇ ਜਾਂਦੇ ਆ, ਜ਼ਮੀਨ ਦੀ ਤਬਦੀਲੀ ਕਰਾਉਣੀ ਹੋਵੇ ਤਾਂ ਪਟਵਾਰੀ ਦੀ ਹੱਥ ਹੁੰਦਾ, ਤਲੀ ਇੱਦਾਂ ਹੁੰਦੀ ਹੈ ਕਿ ਭਾਈ ਦਿਓ ਕੁਛ। ਹੋਰ ਵੀ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਤਕਲੀਫਾਂ ਨੇ, ਉਹਨਾਂ ਦੇ ਖਿਲਾਫ ਵੀ ਲੜਾਈ
ਲੜਾਈ ਜਿਹੜੀ ਆ ਉਹ ਲੱਗਦਾ ਕਿ ਅੱਗੇ ਕਿਸਾਨ ਜਥੇਬੰਦੀਆਂ ਇਸੇ ਤਰ੍ਹਾਂ ਲੜਨਗੀਆਂ? ਦੇਖੋ, ਇੱਕ ਕਿਸਾਨਾਂ ਦੀ ਬਦਕਿਸਮਤੀ ਸੀ ਦਾ ਮਤਲਬ ਇਹ ਸੀ ਵੀ ਅਸੀਂ ਫਸਲ ਪਾਲਦੇ ਸੀ, ਮੁੜ ਕੇ ਸੜਕਾਂ ਤੇ ਬੈਠ ਕੇ ਵੇਚਣ ਲਈ ਤੇ ਉਹਦਾ ਮੁੱਲ ਲੈਣ ਲਈ ਸਾਨੂੰ ਰੁਲਣਾ ਪੈਂਦਾ ਸੀ। ਅੱਜ ਮੰਡੀ 'ਚ ਕਿਸਾਨ ਜਿਹੜਾ ਉਹ ਮੰਡੀ ਦੇ ਵਿੱਚ ਫਸਲ ਸੁੱਟਣ ਜਾਂਦਾ, ਵੇਚਣ ਨਹੀਂ ਜਾਂਦਾ। ਵੇਚਣ ਨਹੀਂ ਜਾਂਦਾ ਸੀ। ਅੱਜ ਬਹੁਤ ਸਾਡੇ ਵੀਰ ਕੋਈ ਸਾਨੂੰ ਵੀ ਆ ਕੇ ਜਦੋਂ ਅਸੀਂ ਪੰਜਾਬ ਵਾਪਸ ਆਉਂਦੇ ਹਾਂ ਦਿੱਲੀ ਤੋਂ, ਯਾਰ 9 ਮਹੀਨੇ ਹੋ ਗਏ ਬੈਠਿਆਂ ਨੂੰ, ਕੀ ਉੱਥੋਂ ਤੁਸੀਂ ਖੱਟਿਆ? ਉਹਦੀ ਇੱਕ ਉਦਾਹਰਣ ਆ ਕਿਸਾਨ ਸੰਸਦ। ਸਾਨੂੰ ਆਗੂਆਂ ਨੂੰ ਜਦੋਂ ਅਸੀਂ ਮੇਰੇ ਸਾਥੀ ਨਾਲ ਖੜੇ ਅਸੀਂ ਮੀਟਿੰਗਾਂ ਦੇ ਵਿੱਚ ਬੈਠਦੇ ਸੀ, ਸਾਨੂੰ ਇੱਕ ਚਿੰਤਾ ਸੀ ਯਾਰ ਜਥੇਬੰਦੀਆਂ ਵੱਲੋਂ ਉਹ ਬੰਦੇ ਭੇਜੇ ਜਾਣ ਜਿਹੜੇ ਮੀਡੀਆ ਦਾ ਸਾਹਮਣਾ ਕਰ ਸਕਣ, ਅਸੀਂ ਹਾਸੋ ਹੀ ਨਾ ਪਈਏ। ਪਰ ਸਾਡੇ ਬਜ਼ੁਰਗ, ਸਾਡੀਆਂ ਭੈਣਾਂ, ਸਾਡੇ ਨੌਜਵਾਨ, ਮੇਰੇ ਮੀਡੀਆ ਵਾਲੇ ਵੀਰਾਂ ਨੇ ਉੱਥੇ ਕਵਰ ਕੀਤਾ, ਪਰ ਉਹ ਕਿਸਾਨ ਸੰਸਦ ਦੇ ਵਿੱਚ ਹਰੇਕ ਗੱਲ ਦਾ ਜਵਾਬ ਦਿੰਦੇ ਸੀ ਤੇ ਪੂਰੀ ਦ੍ਰਿੜਤਾ ਨੇ ਨਾਲ ਤੇ ਤੱਤਾਂ ਦੇ ਆਧਾਰ ਤੇ ਦਿੰਦੇ ਸੀ। ਦੇਸ਼ ਦੀ ਜਿਹੜੀ ਸੰਸਦ ਸੀ ਉਹਨੂੰ ਛੱਡ ਕੇ ਮੇਰੇ ਮੀਡੀਆ ਵਾਲੇ ਸਾਰੇ ਵੀਰ ਉਹਨੂੰ ਕਵਰ ਕਰ ਰਹੇ ਸੀ ਤੇ ਸਾਰੀ ਆਪੋਜੀਸ਼ਨ, ਇੱਕ ਜਿਹੜੀ ਸਾਡੀ ਤਾਕਤ ਸੀ, ਐਮਪੀ ਜਿਹੜੇ ਕਿਤੇ ਲੱਭਿਆ ਨਹੀਂ ਲੱਭਦੇ ਸੀ, ਉਹਨਾਂ ਨੂੰ ਇੱਕ ਵਿਪ ਜਾਰੀ ਕੀਤੀ ਗਈ ਕਿਸਾਨਾਂ ਵੱਲੋਂ, ਜਨਤਾ ਵੱਲੋਂ, ਬਈ ਕੋਈ ਵੀ ਬਾਈਕਾਟ ਕਰਕੇ ਜਿਹੜਾ ਇਹ ਸੰਸਦ ਦੇ ਵਿੱਚ ਬੈਠ ਕੇ ਰੌਲਾ ਪਾ ਕੇ ਉੱਥੇ ਕੈਮਰਿਆਂ 'ਚ ਚਲਵਾ ਕੇ ਡਰਾਮਾ ਕਰਕੇ ਬਾਈਕਾਟ ਕਰਕੇ ਬਾਹਰ ਆ ਜਾਂਦੇ ਸੀ। ਕਿਸਾਨੀ ਦੀ ਗੱਲ ਨਹੀਂ ਕੀਤੀ, ਬਾਹਰ ਆਏ ਤਾਂ ਤੁਹਾਡਾ ਵੀ ਵਿਰੋਧ ਹੋਊਗਾ। ਸਾਰਿਆਂ ਨੂੰ ਉੱਥੇ ਹਾਜ਼ਰੀ ਦੇਣੀ ਪਈ। ਕਿਸਾਨਾਂ ਨੂੰ ਉੱਥੇ ਉਹਨਾਂ ਦੀ ਜਿਹੜੀ ਮੰਗ ਸੀ, ਜਾਇਜ਼ ਮੰਗਾਂ ਉੱਥੇ ਰੱਖਣੀਆਂ ਪਈਆਂ। ਅੱਜ ਜੋ ਵੀ ਆ ਉਸ ਅੰਦੋਲਨ ਨੇ ਇਹ ਚੀਜ਼ ਕਰ ਦਿੱਤੀ, ਕਿਸੇ ਵੀ ਪਾਰਟੀ ਦਾ ਲੀਡਰ ਕਿਸੇ ਪਿੰਡ 'ਚ ਆ ਜਾਵੇ, ਮਹੱਲੇ 'ਚ ਆ ਜਾਵੇ, ਬੱਚਾ ਉਹਦੀ ਕਾਰਜਕਾਰੀ ਤੇ ਉਂਗਲੀ ਉਠਾਊਗਾ। ਤੁਸੀਂ ਸਾਨੂੰ 5 ਸਾਲਾਂ 'ਚ ਕੀ ਦਿੱਤਾ, ਕੀ ਮੇਰੇ ਪਿੰਡ ਨੂੰ ਦਿੱਤਾ, ਕੀ ਮੇਰੇ ਹਲਕੇ ਨੂੰ ਦਿੱਤਾ, ਕੀ ਮੇਰੇ ਸੂਬੇ ਲਈ ਤੁਸੀਂ ਲੈ ਕੇ ਆਏ? ਇਹ ਅੰਦੋਲਨ ਦੀ ਬਹੁਤ ਵੱਡੀ ਆ, ਇਹ ਲੜਾਈ ਸ਼ੁਰੂ ਹੋਈ ਆ। ਜਿਹੜੇ 3 ਬਿੱਲ ਆ ਉਹ ਇੱਕ ਬਹੁਤ ਵੱਡਾ ਸਾਡਾ ਸਟੈਪ ਆ ਜਿਹੜਾ ਅਸੀਂ ਚੜ ਰਹੇ ਆ, ਪਰ ਹੁਣ ਅਸੀਂ ਵੀ ਇਸ ਤੱਕ ਲਿਆ, ਸਾਨੂੰ ਜੋ ਕੁਰਬਾਨੀਆਂ ਦੇਣੀਆਂ ਪੈਣ, ਪਰ ਇਹ ਨਹੀਂ ਵੀ ਗਾਂ ਸਾਡੇ ਬੱਚੇ ਵੀ ਇਸ ਕੰਮ ਦੇ ਲਈ ਸੜਕਾਂ ਤੇ ਫਸਲ, ਜਿੱਦਾਂ ਪਹਿਲਾਂ ਵੀ ਗੱਲ ਆਈ ਵੀ ਸੁੱਟਣ ਜਾਣ ਤੇ ਉਹਦੇ ਜਿਹੜੇ ਮੁੱਲ ਤੇ ਉਹਨੂੰ ਵੇਚਣ ਲਈ ਸੜਕਾਂ ਤੇ ਰੁਲਦੇ ਰਹਿਣ। ਇੱਕ ਵਾਰੀ ਹੁਣ ਸਿਸਟਮ ਬਦਲ ਕੇ ਫੇਰ ਹੀ ਲੋਕਾਂ ਨੇ ਬੈਠਣਾ ਜੀ। ਜੰਗਵੀਰ ਜੀ, ਸਿਸਟਮ ਬਦਲਣ ਦੀ ਗੱਲ ਹੋ ਰਹੀ ਆ, ਥਾਂ ਥਾਂ ਦੇ ਉੱਤੇ ਧਰਨੇ ਲੱਗ ਰਹੇ। ਚੰਡੀਗੜ੍ਹ ਦੇ ਵਿੱਚ ਵੀ ਇੱਕ ਧਰਨਾ ਚੱਲ ਰਿਹਾ। ਕੱਲ ਤੁਸੀਂ ਜਿਹੜੀ ਇੱਕ ਵੀਡੀਓ ਵੇਖ ਲਈ ਹੋਣੀ ਹੈ ਕਿ ਕਿਸ ਤਰ੍ਹਾਂ ਭਾਜਪਾ ਦੇ ਜਿਹੜੇ ਆਗੂ ਸੀਗੇ ਇੱਕ ਮਹਿਲਾ ਦੇ ਗਲ ਪੈਣ ਤੱਕ ਜਾਂਦੇ ਆ, ਉਹਦੇ ਕੱਪੜੇ ਖਿੱਚੇ ਜਾਂਦੇ ਆ, ਉਹਦੇ ਵਾਲ ਤੱਕ ਖਿੱਚਦੇ ਆ ਔਰ ਉਹਨੂੰ ਗਾਲੀ ਗਲੋਚ ਵੀ ਕੀਤਾ ਜਾਂਦਾ ਹੈ। ਕਿੰਨੇ ਕੁ ਮਰਦਾਨਗੀ ਸਮਝਦੇ ਹੋ ਇਸ ਗੱਲ ਦੀ? ਮਰਦਾਨਗੀ ਕਾਹਦਾ, ਹੋਸ਼ਾਪੁਣਾ ਹੈ ਜੀ ਇਹਨਾਂ ਦਾ। ਇਹ ਹਿੱਲ ਗਏ ਆ, ਇਹ ਅੰਦਰੋਂ ਘਬਰਾ ਗਏ ਆ। ਜਦੋਂ ਬੰਦਾ ਘਬਰਾ ਜਾਵੇ ਨਾ, ਉਦੋਂ ਕਿਸੇ ਦੇ ਗਲ ਪੈਂਦਾ ਹੁੰਦਾ। ਤਕੜਾ ਬੰਦਾ ਤਾਂ ਕਿਸੇ ਦੇ ਗਲ ਹੀ ਨਹੀਂ ਪੈਂਦਾ। ਇਹ ਕਹਿੰਦੇ ਸਾਡੀ ਪਾਰਟੀ ਜਿਹੜੀ ਆ ਉਹ ਕਾਫੀ ਸਮੇਂ ਤੋਂ ਪੁਰਾਣੀ ਪਾਰਟੀ ਹੈ, ਕਹਿੰਦੇ ਅਸੀਂ ਸੱਤਾ ਦੇ ਵਿੱਚ ਆ, ਨਸ਼ਾ ਵੀ ਇਹਨਾਂ ਨੂੰ ਸੱਤਾ ਦਾ ਹੈਗਾ। ਜਿਹੜਾ ਨਸ਼ਾ ਸੱਤਾ ਦਾ ਆ ਨਾ, ਇਹ ਹੀ ਉੱਪਰੋਂ ਚੜਾ ਕੇ ਆਏ ਅਸਤਬਾਜ਼ੀਆਂ ਨੂੰ ਥੱਲੇ ਸਿੱਟਦਾ ਹੁੰਦਾ ਤੇ ਉਹ ਟਾਈਮ ਇਹਨਾਂ ਦਾ ਆ ਗਿਆ। ਇਹ ਸਾਡੀਆਂ ਔਰਤਾਂ, ਮਾਵਾਂ, ਭੈਣਾਂ ਦੇ ਗਲ ਪੈਣ ਲੱਗ ਪਏ। ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਕਰ ਕੀ ਰਹੇ ਆ ਸੱਤਾ ਦੇ ਨਸ਼ੇ ਦੇ ਵਿੱਚ। ਜਿਹੜੀ ਰਾਜਨੀਤਿਕ ਜ਼ਮੀਨ ਤੇ ਝੂਟੇ ਲੈ ਰਿਹਾ ਉਹ ਇਹਨਾਂ ਸਾਡੀਆਂ ਮਾਵਾਂ ਭੈਣਾਂ ਨੇ ਬਖਸ਼ੀ ਹੋਈ ਆ, ਇਹ ਦੇਸ਼ ਦੇ ਲੋਕਾਂ ਨੇ ਬਖਸ਼ੀ ਹੋਈ ਆ। ਇਹ ਅੱਜ ਇਹਨਾਂ ਨੂੰ ਰੱਬ ਭੁੱਲ ਗਿਆ। ਉੱਦਾਂ ਤਾਂ ਕਹਿੰਦੇ 50% ਇਹਨਾਂ ਨੂੰ ਰਾਖਵਾਂ ਕਰਨ ਦੇ ਦਿਓ, ਤੇ ਜਦੋਂ ਹੱਥ ਚੱਕਦੇ ਆ ਤੇ ਜਦੋਂ ਬੇਇੱਜ਼ਤੀ ਕਰਦੇ ਉਦੋਂ ਨੂੰ ਇਹਨਾਂ ਨੂੰ ਪਤਾ ਲਾ ਇਹ ਹੋਸ਼ਾਪੁਣਾ ਇਹਨਾਂ ਦਾ। ਸਰਕਾਰ ਡਰਿਓ ਹੋਈ ਆ, ਘਬਰਾਈ ਹੋਈ ਆ, ਉਹਨੂੰ ਰਸਤਾ ਨਹੀਂ ਕੋਈ ਲੱਭ ਰਿਹਾ। ਅੰਦਰੋਂ ਅੰਦਰ ਇਹਨਾਂ ਦੀ ਅੰਦਰੂਨੀ ਜੰਗ ਵੀ ਛਿੜੀ ਹੋਈ ਆ। ਕੱਲ ਜੇ ਬਰਾਬਰੀ ਦੇ ਕਿਸਾਨ ਡਟੇ ਹੁੰਦੇ ਤਾਂ ਫਿਰ ਇਹ ਵਾਲੀ ਤਸਵੀਰ ਨਹੀਂ ਵੇਖਣ ਨੂੰ ਮਿਲਣੀ ਸੀ ਲੱਗਦਾ। ਚਲੋ ਆਉਣ ਵਾਲਾ ਸਮਾਂ ਹੀ ਇਹ ਤਾਂ ਬਤਾਊਗਾ ਜੀ, ਕੋਈ ਗੱਲ ਨਹੀਂ ਐਡੀ ਹੈਗੀ। ਸਮਾਂ ਹਲੇ ਹੈਗਾ 2022 ਦੇ ਵਿੱਚ। ਇਹ ਦੇਖੋ ਇਹਨਾਂ ਨੇ ਆਪਣੀ ਹੋਂਦ ਆਪ ਹੀ ਗਵਾ ਲੈਣੀ ਆ, ਜਿਹੜੀ ਪਿਛਲੇ 70-75 ਸਾਲਾਂ ਤੋਂ ਇਹਨਾਂ ਦੀ ਬਣੀ ਹੋਈ ਆ। ਔਰ ਇਹਨਾਂ ਦਾ ਹੋਸ਼ਾਪੁਣਾ ਤੇ ਹੋਂਦ ਜਿਹੜੀ ਆ ਦੇਖੋ ਹੁਣ ਸੜਕਾਂ ਤੇ ਧਰਨੇ ਲਾਏ ਹੋਏ ਆ। ਇੱਕ ਪਾਸੇ ਦਿੱਲੀ ਦੀ ਸਰਕਾਰ ਦੇ ਖਿਲਾਫ, ਇਹ ਬੀਜੇਪੀ ਦੀ ਸਰਕਾਰ ਦੇ ਖਿਲਾਫ, ਤੇ ਇੱਕ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨੇ ਲੱਗੇ ਹੋਏ ਆ। ਤੇ ਮੈਨੂੰ ਲੱਗਦਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ, ਧਿਰਾਂ ਹੋਰ ਵੀ ਹੈਗੀਆਂ। ਸਾਡੇ ਕੋਲ ਝਾੜੂ ਵਾਲਾ ਬਾਬਾ ਵੀ ਹੈਗਾ ਆ, ਤੇ ਉਹ ਵੀ ਇਹ ਕੀ ਗੱਲ ਕਹਿ ਰਿਹਾ ਸੀ ਕਿ ਧੂੰਆਂ ਜਿਹੜਾ ਮੇਰਾ ਦਿੱਲੀ ਨੂੰ ਆਉਂਦਾ ਆ ਪਿੱਛੇ ਜਦੋਂ ਧੂਏ ਵਾਲਾ ਐਕਟ ਬਣਿਆ, ਪ੍ਰਦੂਸ਼ਣ ਵਾਲਾ ਐਕਟ ਬਣਿਆ, ਤੇ ਉਹਨੂੰ ਵੀ ਧੂਆਂ ਚੜਦਾ ਸੀ। ਉਹ ਪਾਕਿਸਤਾਨ ਵਾਲਿਆਂ ਨੇ ਸਾਨੂੰ ਨਹੀਂ ਕਿਹਾ ਸਾਨੂੰ ਧੂਆਂ ਚੜਦਾ, ਧੂਆਂ ਇਹਨੂੰ ਦਿੱਲੀ ਵੱਲ ਨੂੰ ਗਿਆ, ਕਿਉਂਕਿ ਪੂਰਾ ਤਾਂ ਚੱਲਦਾ ਹੀ ਨਹੀਂ ਸੀਗਾ। ਤੇ ਇਹ ਇੱਕ ਪਾਸੇ ਕਹਿ ਰਹੇ ਕਿ ਅਸੀਂ ਕਿਸਾਨ ਹਤੈਸ਼ੀ ਆ, ਦੂਜੇ ਪਾਸੇ ਬਿੱਲ ਲਾਗੂ ਕਰਵਾ ਰਹੇ। ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਆ ਹੱਥ ਆ। ਇਹ ਨਹੀਂ ਚਾਹੁੰਦੇ ਕਿ ਕਿਸਾਨ ਉੱਪਰ ਉੱਠੇ, ਕਿਸਾਨ ਨੂੰ ਦੱਬਣਾ ਚਾਹੁੰਦੇ ਆ। ਇਹ ਬੇਰੁਜ਼ਗਾਰੀ ਜਿਹੜੀ ਖਤਮ ਨਹੀਂ ਕਰਨੀ ਚਾਹੁੰਦੇ, ਇਹ ਚਾਹੁੰਦੇ ਆ। ਦੇਖੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ 8ਵੀਂ ਤੱਕ ਕੋਈ ਵੀ ਬੱਚਾ ਜਿਹੜਾ ਫੇਲ ਨਾ ਕਰੋ। ਕੀ ਮਨਸ਼ਾ ਇਹਨਾਂ ਦੀ? ਜਿਹੜੇ ਸਾਡੇ ਪੜ੍ਹੇ ਲਿਖੇ ਬੱਚੇ ਸੀ ਉਹ ਤਾਂ ਸਾਡੇ ਕੈਨੇਡਾ ਨੂੰ ਚਲੇ ਗਏ, ਉਹਨਾਂ ਨੇ ਤਾਂ ਆਈਲੈਟ ਕਰ ਲਈ। ਤੇ ਜਦੋਂ ਸਾਡੇ ਬੱਚੇ ਸਕੂਲੀ ਨਾ ਜਾਣਗੇ, ਪੜ੍ਹਨਗੇ, ਇਹਨਾਂ ਨੂੰ ਡਰ ਹੀ ਨਾ ਹੋਊਗਾ ਕਿ ਸਾਨੂੰ ਤਾਂ ਫੇਲ ਹੀ ਨਹੀਂ ਕਰਨਾ, ਆਪਾਂ ਪੜ੍ਹਨਾ ਹੀ ਨਹੀਂ ਹੈਗਾ। ਤੇ ਜਦੋਂ ਪੜ੍ਹਨਾ ਹੀ ਨਹੀਂਗਾ ਤਾਂ ਫਿਰ ਆਈਲੈਟ ਕਿੱਦਾਂ ਹੋਣੀ ਹੈ? ਇਹ ਬੜੀ ਸੋਚੀ ਸਮਝੀ ਜਿਹੜੀ ਸਾਜ਼ਿਸ਼ ਹੈ ਇਹਨਾਂ ਦੀ। ਇਹ ਸਾਜ਼ਿਸ਼ ਨਾਲ ਇਹਨਾਂ ਨੇ ਪੰਜਾਬ ਮਾਰਨਾ, ਦਾ ਬੇੜਾ ਗਰਕ ਕਰਨਾ ਇਹਨਾਂ ਲੀਡਰਾਂ ਨੇ। ਜੇ ਸਾਰੇ ਸਿਆਸਤਦਾਨ ਮਾੜੇ ਆ ਤਾਂ ਫਿਰ ਕਿਉਂ ਨਾ ਪੰਜਾਬ ਦੇ ਜਿਹੜੇ ਕਿਸਾਨ ਆਗੂ ਉਹ ਚੋਣਾਂ ਲੜਨ? ਦੇਖੋ ਸਮਾਂ ਹਲੇ ਹੈਗਾ ਆ,
ਮੈਂ ਤੁਹਾਨੂੰ ਦੱਸਿਆ ਇਨਕਲਾਬ ਆਊਗਾ, ਕ੍ਰਾਂਤੀਕਾਰੀ ਲੋਕਾਂ ਨੇ ਇਨਕਲਾਬ ਲੈ ਕੇ ਆਉਣਾ ਆ। ਇਹਨਾਂ ਨੇ ਆਪ ਹੀ ਉੱਠ ਪੈਣਾ। ਸੰਯੁਕਤ ਮੋਰਚੇ ਨੂੰ ਵੀ ਨਹੀਂ ਕਹਿਣ ਦੀ ਲੋੜ ਪੈਣੀ। ਇਹਨਾਂ ਨੇ ਜਦੋਂ ਪਿੰਡਾਂ 'ਚ ਹੀ ਨਹੀਂ ਵੜਨ ਦਿੱਤਾ, ਤੇ ਜਦੋਂ ਆਪ ਮਹਾਰੇ ਖੜੇ ਹੋ ਗਏ, ਮਜ਼ਦੂਰ ਖੜੇ ਹੋ ਗਏ, ਕਿਸਾਨ ਖੜੇ ਹੋ ਗਏ, ਤੇ ਫਿਰ ਇਨਕਲਾਬ ਤਾਂ ਆਊਗਾ। ਸਾਰਾ ਕੁਝ ਬਦਲ ਜਾਣਾ, ਪੰਜਾਬ ਦੀ ਨਹਾਰ ਬਦਲ ਜਾਊ। ਜਿਹੜੀ ਇੱਕ ਸੋਨੇ ਦੀ ਚਿੜੀ ਕਹਿੰਦੇ ਹੁੰਦੇ ਸੀ ਨਾ, ਉਹ ਸੋਨੇ ਦੀ ਚਿੜੀ ਫਿਰ ਦੁਬਾਰਾ ਆਊਗੀ। ਕੋਈ ਸਮਾਂ ਲੱਗਣਾ, ਕੋਈ ਏਡੀ ਗੱਲ ਨਹੀਂ ਹੈਗੀ। ਇਸ ਸਨ ਵੱਖ-ਵੱਖ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਦੇ ਨਾਲ ਗੱਲਬਾਤ ਹੋਈ ਹੈ ਤੇ ਹੋਰ ਵੀ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ। ਇਸ ਵਕਤ ਜਲੰਧਰ ਦੇ ਵਿੱਚ ਧਰਨਾ ਲਾ ਕੇ ਬੈਠੇ ਆ, ਧੰਨੋਵਾਲੀ ਫਾਟਕ ਦੇ ਕੋਲ ਧਰਨਾ ਲਾ ਕੇ ਬੈਠੇ ਆ ਔਰ ਮੰਗ ਇਹਨਾਂ ਦੀ ਇਹ ਹੈ ਕਿ ਗੰਨੇ ਦਾ ਇੱਕ ਤਾਂ ਰੇਟ ਜਿਹੜਾ ਉਹ ਵਧਾਇਆ ਜਾਵੇ, 400 ਰੁਪਏ ਪ੍ਰਤੀ ਕੁਆਂਟਲ ਕੀਤਾ ਜਾਵੇ। ਔਰ ਬੀਤੇ ਦਿਨ ਜੋ ਸਰਕਾਰ ਨੇ 15 ਰੁਪਏ ਰੇਟ ਵਧਾਇਆ, ਉਹ ਇਹਨਾਂ ਨੂੰ ਲੱਗ ਰਿਹਾ ਕਿ ਸਰਕਾਰ ਨੇ ਇੱਕ ਕੋਝਾ ਮਜ਼ਾਕ ਕੀਤਾ ਹੈ। ਇਸ ਤੋਂ ਇਲਾਵਾ ਬਦਲਾਅ ਦੀ ਗੱਲ ਇਹ ਕਰਦੇ ਆ ਕਿ 2022 ਦੇ ਵਿੱਚ ਇੱਕ ਕ੍ਰਾਂਤੀ ਜ਼ਰੂਰ ਆਏਗੀ। ਹੁਣ ਉਹ ਕ੍ਰਾਂਤੀ ਕੀ ਹੋਏਗੀ, ਇਹ ਲੋਕ ਜਿਹੜੇ ਨੇ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਕਿਉਂਕਿ ਜਿੰਨੇ ਵੀ ਲੋਕ ਅੱਜ ਆਪਣੇ ਹੱਕਾਂ ਦੀ ਲੜਾਈ ਲੜਦੇ ਆ, ਉਹਨਾਂ ਨੂੰ ਆਪਣੇ ਹੱਕ ਲੈਣ ਦੇ ਲਈ ਸੜਕਾਂ ਤੇ ਉਤਰਨਾ ਪੈ ਰਿਹਾ, ਧਰਨੇ ਲਗਾਉਣੇ ਪੈ ਰਹੇ ਨੇ। ਔਰ ਇਹੀ ਸਾਡੀਆਂ ਸਰਕਾਰਾਂ ਦੀ ਤਰਾਸਦੀ ਹੁਣ ਤੱਕ ਦੀ ਰਹੀ ਹੈ, ਚਾਹੇ ਕੋਈ ਵੀ ਸਰਕਾਰ ਹੋਵੇ। ਕੈਮਰਾਮੈਨ ਪੰਕਜ ਦੇ ਨਾਲ ਮੈਂ ਜਤਿੰਦਰ ਸਿੰਘ, FYI ਮੀਡੀਆ, ਜਲੰਧਰ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।